ਪ੍ਰਭੂ ਦੇ ਵਚਨ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਿਹੜੀ ਚੀਜ਼ ਸਿੱਖਦੇ ਪਏ ਹਾਂ ਉਹ ਹੈ ਪ੍ਰਭੂ ਯਿਸੂ ਮਸੀਹ ਦੀ ਵਫਾਦਾਰੀ। ਦ ਫੇਥਫੁਲਨੈਸ ਆਫ ਜੀਸਸ ਕ੍ਰਾਈਸਟ। ਉਸ ਦੀ ਵਫਾਦਾਰੀ ਕਿ ਜਿਸ ਇਨਸਾਨ ਨੂੰ ਉਹ ਫੜਦਾ ਉਸ ਇਨਸਾਨ ਨੂੰ ਉਹ ਕਦੀ ਛੱਡਦਾ ਨਹੀਂ। ਅੱਜ ਤੁਹਾਡੇ ਸਾਰਿਆਂ ਦੇ ਜਿਹੜੀ ਤੁਸੀਂ ਸ਼ੁਕਰਗੁਜ਼ਾਰੀਆਂ ਕੀਤੀਆਂ, ਸ਼ੁਕਰਗੁਜ਼ਾਰੀ ਦੇ ਵਿੱਚ ਜਿਹੜੇ ਵੀ ਤੁਸੀਂ ਪ੍ਰਭੂ ਦੇ ਵਚਨ ਪੜ੍ਹੇ ਆ, ਉਸ ਦੇ ਵਿੱਚ ਜਿਹੜਾ ਨਿਚੋੜ ਕੱਢਿਆ ਜਾਵੇ ਉਹਨਾਂ ਦਾ, ਤਾਂ ਉਹਨਾਂ ਦਾ ਨਿਚੋੜ ਇੱਕ ਨਿਕਲਦਾ ਕਿ ਪ੍ਰਭੂ ਯਿਸੂ ਮਸੀਹ ਸਾਰੀਆਂ ਗੱਲਾਂ ਨੂੰ, ਇਨਸਾਨ ਦੇ ਹਿਰਦੇ ਨੂੰ ਅੰਦਰੋਂ ਔਰ ਬਾਹਰੋਂ ਜਾਣਦੇ। ਸਾਡੇ ਕਰਮ ਜੋ ਅਸੀਂ ਕਰਦੇ ਹਾਂ ਉਹ ਵੀ ਜਾਣਦੇ, ਜੋ ਕਰਮ ਸਾਡੇ ਅੰਦਰ ਬੈਠੇ ਆ, ਜੋ ਸਾਡੀਆਂ ਸੋਚਾਂ ਆ, ਉਹਨਾਂ ਨੂੰ ਵੀ ਜਾਣਦੇ ਆ। ਇਹ ਜਾਣਦਿਆਂ ਹੋਇਆਂ ਵੀ ਪ੍ਰਭੂ ਨੇ ਫਿਰ ਸਾਨੂੰ ਚੁਣਿਆ। ਸਭ ਕੁਝ ਜਾਣਦਿਆਂ ਹੋਇਆਂ ਪ੍ਰਭੂ ਨੇ ਸਾਨੂੰ ਚੁਣਿਆ, ਔਰ ਜਿਸ ਕੰਮ ਦੇ ਲਈ ਉਸਨੇ ਚੁਣਿਆ ਉਹ ਹੈ ਭਲਾਈ ਦੇ ਕੰਮ। ਆਪਣੀ ਕਿਰਪਾ ਦੇ ਕਰਕੇ ਉਸਨੇ ਸਾਨੂੰ ਚੁਣਿਆ। ਔਰ ਫਿਰ ਤੁਸੀਂ ਉਹਨਾਂ ਵਚਨਾਂ ਨੂੰ ਜਿਹੜੇ ਤੁਸੀਂ ਅੱਜ ਪੜ੍ਹੇ ਆ, ਅੱਜ ਤੁਸੀਂ ਬੋਲੇ ਆ, ਉਹਨਾਂ ਨੂੰ ਦੇਖੋ ਤਾਂ ਉਹ ਕਦੀ ਤੁਹਾਨੂੰ ਛੱਡੇਗਾ ਨਹੀਂ, ਉਹ ਕਦੀ ਸਾਨੂੰ ਛੱਡੇਗਾ ਨਹੀਂ। ਉਸ ਦਾ ਕੰਮ, ਉਸ ਦਾ ਸ਼ਬਦ ਜਿਹੜਾ ਸਾਡੇ ਅੰਦਰ ਬੀਜਿਆ ਗਿਆ, ਉਹ ਆਪਣਾ ਕੰਮ ਕਰਕੇ ਮੁੜੇਗਾ। ਉਹ ਆਪਣਾ ਕੰਮ ਕਰਕੇ ਵਾਪਸ ਮੁੜੇਗਾ। ਉਹ ਆਪਣੇ ਕੰਮ ਨੂੰ ਅਧੂਰਾ ਨਹੀਂ ਛੱਡੇਗਾ। ਉਸ ਦਾ ਰਹਿਮ ਸਾਡੇ ਨਾਲ ਬਣਿਆ ਰਹੇਗਾ, ਉਸ ਦੀ ਦਇਆ ਸਾਡੇ ਨਾਲ ਬਣੀ ਰਹੇਗੀ। ਔਰ ਇਹੋ ਹੀ ਚੀਜ਼ਾਂ ਅਸੀਂ ਜੇ ਇਹਦੀ ਉਦਾਹਰਨ ਦੇਖੀਏ ਕਿ ਜੋ ਤੁਸੀਂ ਵਚਨ ਪੜ੍ਹੇ ਆ, ਕਿ ਅਸੀਂ ਇਹ ਕਹੀਏ ਕਿ ਇਹਦੀ ਉਦਾਹਰਨ ਕੀ ਹੋਈ। ਫਿਰ ਕਦੀ ਇਹ ਹੋਇਆ ਵੀ ਤਾਂ ਅਸੀਂ ਇਹ ਦੇਖਦੇ ਹਾਂ ਕਿ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਉਹਨਾਂ ਨੇ ਆਪਣੇ ਲਈ ਕੋਈ ਨਵਾਂ ਦਲ ਨਹੀਂ ਚੁਣਿਆ। ਉਹਨਾਂ ਨੇ ਆਪਣੇ ਲਈ ਕੋਈ ਨਵੇਂ ਚੇਲੇ ਨਹੀਂ ਚੁਣੇ। ਉਹ ਜਿਨ੍ਹਾਂ ਨੂੰ ਉਸਨੇ ਚੁਣਿਆ ਸੀ, ਜਿਨ੍ਹਾਂ ਨੂੰ ਆਪਣੇ 3.5 ਸਾਲ ਦੀ ਮਿਨਿਸਟਰੀ ਦੇ ਵਿੱਚ ਛੁਇਆ ਸੀ, ਉਹਨਾਂ ਨੂੰ ਹੀ ਮੁੜ ਕੇ ਫੜਿਆ, ਉਹਨਾਂ ਨੂੰ ਹੀ ਮੁੜ ਕੇ ਉਠਾ ਲਿਆ, ਉਹਨਾਂ ਨੂੰ ਮੁੜ ਕੇ ਆਪਣੀ ਕਿਰਪਾ ਨਾਲ ਭਰਿਆ, ਉਹਨਾਂ ਨੂੰ ਮੋੜਿਆ। ਜੇ ਉਹ ਦੂਰ ਗਏ ਤਾਂ ਉਹਨਾਂ ਨੂੰ ਮੋੜ ਕੇ ਲਿਆਂਦਾ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੋਵਾਂ ਨੇ ਆਪਣਾ ਰਸਤਾ ਫੜ ਲਿਆ ਔਰ ਵਾਪਸ ਘਰ ਨੂੰ ਮੁੜ ਗਏ। ਅਸੀਂ ਇਹ ਵੀ ਦੇਖਿਆ ਕਿ ਉਹਨਾਂ ਦੋਵਾਂ ਦੇ ਵਿੱਚ ਇੱਕ ਬੰਦੇ ਦਾ ਨਾਂ ਕਲੋਪਾਸ ਸੀ, ਜਿਸ ਦੀ ਪਤਨੀ ਸਲੀਬ ਦੇ ਲਾਗੇ ਖੜੀ ਸੀ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਦਿੱਤੀ ਗਈ। ਜਿਸ ਦੀ ਪਤਨੀ ਨੇ ਉਹ ਮਸਾਲੇ ਖਰੀਦੇ ਜੋ ਪ੍ਰਭੂ ਯਿਸੂ ਮਸੀਹ ਦੀ ਦੇਹ ਨੂੰ ਲਾਏ ਜਾਣੇ ਸੀ ਉਸ ਐਤਵਾਰ ਸਵੇਰ ਨੂੰ। ਔਰ ਉਹ ਜਿਸ ਨੇ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਦੇ ਵਿੱਚੋਂ ਦੇਖਿਆ, ਜਿਸ ਨੇ ਕਬਰ ਖਾਲੀ ਦੇਖੀ, ਉਸਨੇ ਆ ਕੇ ਵੀ ਆਪਣੀ ਪਤੀ ਨੂੰ ਦੱਸਿਆ ਕਿ ਉਹ ਕਬਰ ਖਾਲੀ ਆ, ਉਹ ਮੁਰਦਿਆਂ ਵਿੱਚੋਂ ਜੀ ਉੱਠੇ ਆ। ਅਸੀਂ ਸਵਰਗਦੂਤ ਦੇਖਿਆ ਔਰ ਸਵਰਗਦੂਤ ਨੇ ਸਾਨੂੰ ਦੱਸਿਆ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਆ। ਉਹ ਕਹਿੰਦਾ ਕਿ ਉਹਨੇ ਫਿਰ ਵੀ ਉਸ ਦੀ ਗੱਲ ਨਹੀਂ ਮੰਨੀ ਕਿ ਇਹ ਤਾਂ ਔਰਤ ਆ ਕਹਿ ਕੇ, ਤਾਂ ਉਹ ਵਾਪਸ ਆਪਣੇ ਸ਼ਹਿਰ ਨੂੰ ਮੁੜ ਕੇ ਚਲੇ ਗਏ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਰਸਤੇ 'ਚੋਂ ਮੋੜਿਆ, ਰਸਤੇ ਦੇ ਵਿੱਚੋਂ ਮੋੜ ਕੇ ਵਾਪਸ ਯਰੂਸ਼ਲਮ ਪਹੁੰਚਾਇਆ। ਚੇਲੇ ਜਿਨ੍ਹਾਂ ਨੇ ਇਹ ਕਹਿਤਾ ਕਿ ਮੈਂ ਤਾਂ ਬਸ ਹੁਣ ਮੱਛੀਆਂ ਫੜਨ ਚੱਲਾਂ, ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ 'ਚੋਂ ਜੀਂਦੇ ਦੇਖਿਆ, ਪ੍ਰਭੂ ਯਿਸੂ ਮਸੀਹ ਦੇ ਨਾਲ ਬੈਠ ਕੇ ਖਾਧਾ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਖਾਣ ਦੇ ਲਈ ਕੁਝ ਹੈ, ਔਰ ਦੱਸਿਆ ਕਿ ਉਹਨਾਂ ਦੇ ਸਾਹਮਣੇ ਖਾਧਾ, ਲੈ ਕੇ ਉਹਨਾਂ ਦੇ ਸਾਹਮਣੇ ਖਾਧਾ। ਉਹਨਾਂ ਨੂੰ ਕਿਹਾ ਕਿ ਭੂਤ ਦੇ ਨਾ ਤਾਂ ਮਾਸ ਹੁੰਦਾ ਹੈ ਨਾ ਹੱਡੀਆਂ ਹੁੰਦੀਆਂ, ਤੁਸੀਂ ਮੈਨੂੰ ਛੂ ਕੇ ਦੇਖੋ, ਮੈਂ ਹੀ ਹਾਂ, ਮੈਂ ਹੀ ਹਾਂ। ਇਸ ਕ੍ਰਾਈਸਟ ਨੇ ਉਹਨਾਂ ਨੂੰ ਦਿਖਾਇਆ, ਟੱਚ ਮੀ, ਦੈਨ ਹੀ ਏਟ ਵਿਦ them। ਤਾਂ ਵੀ ਉਹਨਾਂ ਨੇ ਨਹੀਂ ਮੰਨਿਆ। ਮੈਂ ਤਾਂ ਮੱਛੀਆਂ ਫੜਨ ਜਾ ਰਿਹਾ, ਮੈਂ ਤਾਂ ਮੱਛੀਆਂ ਫੜਨ ਜਾ ਰਿਹਾ। ਔਰ ਬਾਕੀ ਕਹਿੰਦੇ ਅੱਛਾ ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਸਾਰੇ ਦੇ ਸਾਰੇ ਤਿਬਰਿਆਸ ਦੀ ਝੀਲ ਨੂੰ ਤੁਰ ਪਏ। ਔਰ ਪਿਛਲੇ ਹਫ਼ਤੇ ਅਸੀਂ ਦੇਖਿਆ ਪ੍ਰਭੂ ਕਿਸ ਤਰ੍ਹਾਂ ਉਹਨਾਂ ਨੂੰ, ਜਿਸ ਤਰ੍ਹਾਂ ਪਹਿਲਾਂ ਮਿਰਾਕਲ ਕੀਤਾ ਸੀ, ਜਿਸ ਤਰ੍ਹਾਂ ਪਹਿਲਾਂ ਮਿਰਾਕਲ ਕੀਤਾ ਸੀ ਕਿ ਜਿੱਦਾਂ ਪਤਰਸ ਨੂੰ ਪਹਿਲਾਂ ਫੜਿਆ ਸੀ ਕਿ ਮੇਰੇ ਪਿੱਛੇ ਚੱਲ, ਉਸੇ ਹੀ ਤਰ੍ਹਾਂ ਉਹੀ ਮਿਰਾਕਲ ਉਹਨਾਂ ਦੇ ਲਈ ਦੁਬਾਰਾ ਅਸੀਂ ਹੁੰਦਾ ਦੇਖਦੇ ਹਾਂ। ਔਰ ਫਿਰ ਉਸਨੇ ਇਸ ਚੀਜ਼ ਦਾ ਯਕੀਨ ਕੀਤਾ ਕਿ ਇਹ ਪ੍ਰਭੂ ਆ। ਉਹ ਵਾਪਸ ਆਏ, ਉਹਨਾਂ ਨੂੰ ਲਿਆ ਕੇ ਯਰੂਸ਼ਲਮ ਇਕੱਠੇ ਕੀਤਾ। ਪ੍ਰਭੂ ਨੇ ਖਿਲਰਿਆਂ ਨੂੰ ਇਕੱਠੇ ਕੀਤਾ, ਜਿਨ੍ਹਾਂ ਦੇ ਦਿਲ ਟੁੱਟੇ ਹੋ ਸੀਗੇ। ਪਤਰਸ ਨੇ 3 ਵਾਰ ਪ੍ਰਭੂ ਦਾ ਇਨਕਾਰ ਕੀਤਾ।
ਜੇ ਦੁਨੀਆ ਉਸ ਨੂੰ ਕਹਿੰਦੀ ਕਿ ਤੂੰ ਕੀਤਾ ਤੇ ਉਹ ਬਾਕੀਆਂ ਨੂੰ ਵੀ ਕਹਿ ਸਕਦਾ ਸੀ ਕਿ ਤੁਸੀਂ ਵੀ ਤਾਂ ਕੀਤਾ ਹੀ ਆ, ਤੁਸੀਂ ਵੀ ਤਾਂ ਦੌੜੇ ਹੀ ਆ। ਜੇ ਦੂਸਰੀ ਦੁਨੀਆ ਲਾਨਤ ਪਾਉਂਦੀ, ਜੇ ਕੋਈ ਬੰਦਾ ਲਾਨਤ ਉਹਦੇ ਤੇ ਪਾਉਂਦਾ ਤਾਂ ਉਹਨੂੰ ਕਹਿੰਦਾ ਆਪਣਾ ਆਪ ਦੇਖ ਤੂੰ ਕਿੱਥੇ ਖੜਾ। ਪਰ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਪਤਰਸ ਦੀ ਆਪਣੀ ਆਤਮਾ ਉਸ ਨੂੰ ਲਾਨਤਾਂ ਪਾ ਰਹੀ ਹੈ, ਉਸ ਦਾ ਆਪਣਾ ਮਨ ਉਸ ਨੂੰ ਲਾਨਤਾਂ ਪਾ ਰਿਹਾ। ਔਰ ਜਿਸ ਲਈ ਆਪਣਾ ਮਨ ਇਨਸਾਨ ਨੂੰ ਲਾਨਤਾਂ ਪਾਉਂਦਾ, ਆਪਣਾ ਮਨ ਲਾਨਤ ਪਾਉਂਦਾ, ਜਿਹੜੇ ਸ਼ੀਸ਼ਾ ਦੇਖਦਾ ਉਹ ਤਾਂ ਅੱਗਿਓਂ ਸ਼ੀਸ਼ਾ ਉਸ ਤੇ ਲਾਨਤ ਪਾਉਂਦਾ, ਫਿਰ ਇਨਸਾਨ ਦਾ ਜਿਹੜਾ ਦਿਲ ਹੁੰਦਾ ਉਹ ਪਿਸ ਜਾਂਦਾ, ਟੁੱਟ ਜਾਂਦਾ। ਪ੍ਰਭੂ ਨੇ ਉਸ ਨੂੰ ਮੁੜ ਕੇ ਉਠਾਲ ਕੇ ਖੜਾ ਕੀਤਾ, ਉਸ ਨੂੰ ਮੁੜ ਕੇ ਉਠਾਲ ਕੇ ਖੜਾ ਕੀਤਾ। ਜੋ ਟੁੱਟੇ ਹੋ ਸੀ ਉਹਨਾਂ ਨੂੰ ਉਠਾਲ ਕੇ ਖੜਾ ਕੀਤਾ, ਜੋ ਖਿਲਰੇ ਹੋ ਸੀ ਉਹਨਾਂ ਨੂੰ ਇਕੱਠੇ ਕੀਤਾ। ਅੱਜ ਅਸੀਂ ਵਚਨ 'ਚ ਦੇਖਾਂਗੇ ਕਿ ਜੋ ਨਿਕੰਮੇ ਸੀ ਉਹਨਾਂ ਨੂੰ ਪ੍ਰਭੂ ਨੇ ਆਪਣਾ ਕੰਮ ਦਿੱਤਾ, ਆਪਣਾ ਕੰਮ ਦਿੱਤਾ। ਲੇਕਿਨ ਕਿਉਂਕਿ ਇਹ ਜਿਹੜਾ ਹਿੱਸਾ ਆ ਇਹ ਮੱਤੀ ਦੇ 3 ਚੈਪਟਰ ਦੇ ਨਾਲ ਲੱਗਦਾ, ਮੈਥਿਊ ਚੈਪਟਰ 3, we are going to read little bit story of John the Baptist. We are seeing these days the faithfulness of Jesus Christ. After he was resurrected, he did not went out and chose 12 new disciples. Whoever he chooses, he never leave a person. He's very faithful to the end. He took same disciples and he just rejuvenate them. He gave them strength. He gave them wisdom to work, and he gave them a job to do for him. So that's what we are seeing, how he, on the road to Emmaus, he brought 2 back. Lake Tiberias, they were gone to catch fish, gone to their own business. He brought them back. And today we are going to see that when God chooses people, we are in the book of Acts. We are still in the 40 days of Jesus Christ after the resurrection. So we are going with the church calendar. यूहन्ना बपतिस्मा देने वाला बैप्टिज्म दे रहा, और ਉਸ ਦੀ ਜਿਸ ਵੇਲੇ ਅਸੀਂ ਚੌਥੀ ਆਇਤ ਦੇ ਵਿੱਚ ਆਉਂਦੇ ਹਾਂ, ਉੱਥੇ यूहन्ना ਬਪਤਿਸਮਾ ਦੇਣ ਵਾਲੇ ਦੇ ਬਾਰੇ ਦੱਸਿਆ ਗਿਆ। यूहन्ना ਦੇ ਕੱਪੜੇ ਊਂਠ ਦੇ ਵਾਲਾਂ ਦੇ ਸਨ, ਅਤੇ ਉਹ ਚਮੜੇ ਦੀ ਪੇਟੀ ਲੱਕ ਦੁਆਲੇ ਬੰਨ੍ਹਦਾ ਸੀ। ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ। ਉਸ ਕੋਲ ਯਰੂਸ਼ਲਮ ਦੇ ਸਾਰੇ ਯਹੂਦੀਆਂ ਅਤੇ ਜਰਦਨ ਦੇ ਸਭ ਆਲੇ ਦੁਆਲੇ ਦੇ ਲੋਕੀ ਆਏ। ਉਹਨਾਂ ਨੇ ਆਪਣੇ ਪਾਪਾਂ ਨੂੰ ਮੰਨਦੇ ਹੋਏ यूहन्ना ਕੋਲੋਂ ਜਰਦਨ ਨਦੀ ਤੇ ਬਪਤਿਸਮਾ ਲਿਆ। ਯਾਨੀ ਕਿ ਕਹਿਣ ਦਾ ਮਤਲਬ ਇਹ ਆ ਕਿ ਪ੍ਰਭੂ ਨੇ ਉਸ ਦਾ ਬੀਇੰਗ, ਉਸ ਇਨਸਾਨ ਨੂੰ ਇਸ ਤਰ੍ਹਾਂ ਦਾ ਬਣਾਇਆ ਸੀਗਾ ਕਿ ਉਹ ਸੈਲਫ ਸਫੀਸ਼ੀਐਂਟ ਸੀਗਾ, ਉਸ ਨੂੰ ਕਿਸੇ ਦੀ ਲੋੜ ਨਹੀਂ ਸੀ। ਊਂਠ ਦੀ ਚਮੜੀ ਬਹੁਤ ਮੋਟੀ ਹੁੰਦੀ ਆ, ਉਸ ਨੇ ਉਹਦਾ ਇੱਕ ਚੋਗਾ ਬਣਾ ਲਿਆ ਜਿਹੜਾ ਸਾਰੀ ਉਮਰ ਨਹੀਂ ਸੀ ਫਟਣਾ। ਔਰ ਦੂਸਰੀ ਚੀਜ਼ ਜਿਹੜੀ ਉਹ ਸ਼ਹਿਦ ਤੇ ਟਿੱਡੀਆਂ ਜੋ ਪ੍ਰਭੂ ਇਸ ਦੁਨੀਆ 'ਤੇ ਉਗਾਉਂਦਾ ਸੀ ਉਹੀ ਖਾਂਦਾ ਸੀ। ਉਸ ਨੂੰ ਕਿਸੇ ਦੇ ਨਾਲ ਕੋਈ ਨਹੀਂ ਸੀ, ਸਿਵਾਏ ਪ੍ਰਭੂ ਦਾ ਸ਼ਬਦ ਸੁਣਾਉਣ ਤੋਂ ਉਹ ਕਿਸੇ ਨੂੰ ਝੱਕਦਾ ਨਹੀਂ ਸੀ। ਕਹਿਣ ਦਾ ਮਤਲਬ ਇਹ ਆ, ਜਦੋਂ यूहन्ना ਨੇ ਬਹੁਤ ਸਾਰੇ ਫਰੀਸੀਆਂ ਅਤੇ ਸਦੂਕੀਆਂ ਨੂੰ ਆਪਣੇ ਕੋਲ ਬਪਤਿਸਮਾ ਲੈਣ ਆਉਂਦੇ ਦੇਖਿਆ ਤਾਂ ਉਹਨਾਂ ਨੂੰ ਕਿਹਾ, ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਹੈ ਕਿ ਤੁਸੀਂ ਪਰਮੇਸ਼ਵਰ ਦੀ ਆਉਣ ਵਾਲੀ ਦੈਵੀ ਸਜ਼ਾ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਹੋ ਜਿਹੇ ਕੰਮ ਕਰੋ ਜਿਸ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ। ਇਹ ਨਾ ਸੋਚੋ ਕਿ ਤੁਸੀਂ ਆਪਣਾ ਬਚਾਅ ਇਹ ਕਹਿ ਕੇ ਕਰ ਸਕਦੇ ਹੋ ਕਿ ਅਬਰਾਹਮ ਸਾਡਾ ਪਿਤਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਵਰ ਇਹਨਾਂ ਪੱਥਰਾਂ ਦੇ ਵਿੱਚੋਂ ਅਬਰਾਹਮ ਦੇ ਲਈ ਸੰਤਾਨ ਪੈਦਾ ਕਰ ਸਕਦਾ ਹੈ। ਰੁੱਖਾਂ ਨੂੰ ਵੱਢਣ ਦੇ ਵਾਲੀ ਕੁਹਾੜੀ ਤਿਆਰ ਹੈ, ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ ਜੜ੍ਹ ਤੋਂ ਹੀ ਵੱਢ ਦਿੱਤਾ ਜਾਂਦਾ ਹੈ। ਮੈਂ ਤਾਂ ਇਹ ਦੱਸਣ ਦੇ ਲਈ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜੇ ਮੇਰੇ ਪਿੱਛੇ ਆ ਰਹੇ ਹਨ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਣਗੇ। ਉਹ ਮੇਰੇ ਤੋਂ ਅਧਿਕ ਸ਼ਕਤੀਸ਼ਾਲੀ ਹਨ, ਮੈਂ ਤਾਂ ਉਹਨਾਂ ਦੇ ਜੋੜੇ ਝਾੜਨ ਦੇ ਯੋਗ ਵੀ ਨਹੀਂ ਹਾਂ। ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ, ਉਹ ਦਾਣਿਆਂ ਨੂੰ ਕੋਠੀਆਂ ਦੇ ਵਿੱਚ ਭਰ ਲੈਣਗੇ, ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਦੇ ਵਿੱਚ ਸੁੱਟ ਦੇਣਗੇ। 2 ਤਰ੍ਹਾਂ ਦੇ ਲੋਕ ਇਕੱਠੇ ਹੋਏ ਆ, ਜਿਹੜੇ ਕਿ ਇੱਕ ਹੈ ਜਿਨ੍ਹਾਂ ਨੂੰ ਇਨਸਾਨ ਨੇ ਚੁਣਿਆ, ਫਰੀਸੀਆਂ ਨੂੰ ਜਿਨ੍ਹਾਂ ਨੂੰ ਇਨਸਾਨ ਨੇ ਚੁਣਿਆ,
ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਦੇ ਬਾਰੇ ਕੀ ਲਿਖਿਆ ਕਿ ਉਹ ਛੱਜ ਦੀ ਤਰ੍ਹਾਂ ਛੱਟੇਗਾ, ਦਾਣਿਆਂ ਨੂੰ ਰੱਖ ਲਏਗਾ, ਤੂੜੀ ਨੂੰ ਅੱਗ ਦੇ ਵਿੱਚ ਸੁੱਟ ਦੇਗਾ। ਲੇਕਿਨ ਇੱਕ ਉਹ ਗਰੁੱਪ ਜਿਨ੍ਹਾਂ ਨੂੰ ਪ੍ਰਭੂ ਨੇ ਚੁਣਿਆ, ਇੱਕ ਉਹ ਲੋਕ ਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ। ਇਨਸਾਨ ਨੇ ਉਹਨਾਂ ਨੂੰ ਚੁਣਿਆ ਉਹਨਾਂ ਦੀ ਐਜੂਕੇਸ਼ਨ ਦੇਖ ਕੇ। ਇਨਸਾਨ ਨੇ ਉਹਨਾਂ ਨੂੰ ਚੁਣਿਆ ਉਹ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਲਈ ਸਾਊਲ ਚੁਣ ਲਿਆ ਸੀਗਾ। ਕਿਉਂ ਸਾਊਲ ਚੁਣ ਲਿਆ ਸੀਗਾ? ਉਹ ਸਾਰਿਆਂ ਨਾਲੋਂ ਉੱਚਾ ਤੇ ਸਾਰਿਆਂ ਨਾਲੋਂ ਲੰਬਾ ਤੇ ਸਾਰਿਆਂ ਨਾਲੋਂ ਤਕੜਾ ਸੀ। ਉਹਨੂੰ ਰਾਜਾ ਬਣਾਤਾ, ਇਹਨੂੰ ਰਾਜਾ ਬਣਾ ਦਿਓ। ਇਨਸਾਨ ਇਦਾਂ ਦੀਆਂ ਚੀਜ਼ਾਂ ਨੂੰ ਦੇਖਦਾ। ਜਿਸ ਵੇਲੇ ਦਾਊਦ ਦਾ ਚੁਣਾਵ ਹੋਣਾ ਸੀ ਤੇ ਉਸ ਵੇਲੇ ਜੱਸੀ ਦੇ ਘਰ ਨਬੀ ਸੈਮੂਅਲ ਗਿਆ ਔਰ ਉਸ ਨੂੰ ਕਹਿੰਦਾ ਕਿ ਤੇਰੇ ਪੁੱਤਰ ਨੂੰ ਪਰਮੇਸ਼ਰ ਨੇ ਚੁਣ ਲਿਆ, ਉਸ ਨੂੰ ਲੈ ਕੇ ਆ ਮੇਰੇ ਕੋਲ। ਉਹਨੇ ਪਹਿਲੇ ਨੂੰ ਦੇਖਿਆ ਕਿ ਆਹ ਤਕੜਾ ਆ, ਇਹ ਸੋਹਣਾ ਆ, ਉਹਨੂੰ ਲੈ ਕੇ ਆਇਆ ਔਰ ਉਸਨੇ ਕਿਹਾ ਇਹ ਵੀ ਨਹੀਂ। ਦੂਜੇ ਨੂੰ ਲੈ ਕੇ ਆਇਆ, ਉਹ ਕਹਿੰਦਾ ਇਹ ਵੀ ਨਹੀਂ। ਤੀਜੇ ਨੂੰ ਲੈ ਕੇ ਆਇਆ, ਇਹ ਵੀ ਨਹੀਂ। 6 ਦੇ 6 ਲੈ ਕੇ ਆਇਆ, ਇਹ ਵੀ ਨਹੀਂ। 7ਵੇਂ ਦਾ ਕੋਈ ਧਿਆਨ ਹੀ ਨਹੀਂ ਰੱਖਿਆ। ਬਾਪ ਨੂੰ ਨਹੀਂ ਪਤਾ ਕਿ ਮੇਰਾ 7ਵਾਂ ਪੁੱਤ ਵੀ ਹੈਗਾ। ਆਖੇ ਤੇਰਾ ਕੋਈ ਹੋਰ ਵੀ ਪੁੱਤਰ ਹੈਗਾ? ਹਾਂ, ਉਹ ਭੇਡਾਂ ਚਾਰਦਾ, ਉਹ ਉਸੇ ਕੰਮ ਜੋਗਾ, ਉਹਨੂੰ ਲੈ ਕੇ ਆ। ਪਰਮੇਸ਼ਵਰ ਅੰਦਰ ਦੇ ਹਿਰਦੇ ਨੂੰ ਜਾਣਦਾ, ਨਾ ਕਿ ਬਾਹਰਲੀਆਂ ਚੀਜ਼ਾਂ ਨੂੰ। ਪ੍ਰਭੂ ਨੇ ਉਸ ਨੇ ਚੁਣਿਆ ਸੀਗਾ ਔਰ ਪ੍ਰਭੂ ਨੇ ਉਹਦੇ ਉੱਤੇ ਹੱਥ ਰੱਖ ਦਿੱਤਾ ਕਿ ਇਹ ਹੋਈ ਆ, ਇਸੇ ਨੂੰ ਬਰਕਤ ਦੇ ਦੇ, ਇਸੇ ਦੇ ਸਿਰ ਤੇ ਤੇਲ ਪਾ ਦੇ। ਪ੍ਰਭੂ ਯਿਸੂ ਮਸੀਹ ਜਿਸ ਵੇਲੇ ਆਏ, ਇਹ 12 ਸੀਗੇ ਜਿਨ੍ਹਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੇ ਹੱਥ ਰੱਖਿਆ, ਇਹ ਮੇਰੇ ਆ, ਇਹਨਾਂ ਨੂੰ ਮੈਂ ਵੱਖਰੇ ਕੀਤਾ। ਔਰ ਅੱਜ ਅਸੀਂ ਪ੍ਰਭੂ ਦੀ ਵਫਾਦਾਰੀ ਦੇਖਾਂਗੇ ਕਿ ਇਹ 40 ਦਿਨ, ਜਿਸ ਵੇਲੇ ਕੋਈ ਮਰ ਜਾਂਦਾ ਤੇ 40 ਦਿਨ ਸੋਗ ਦੇ ਹੁੰਦੇ ਆ, ਉਹਨਾਂ ਨੂੰ ਸੋਗ ਦੇ ਦਿਨ ਕਿਹਾ ਜਾਂਦਾ। ਲੇਕਿਨ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਲੀਬੀ ਮੌਤ ਤੋਂ ਬਾਅਦ ਜਿਹੜੇ ਅੱਗੇ 40 ਦਿਨ ਸੀਗੇ, ਕਿੱਦਾਂ ਖੁਸ਼ੀ ਦੇ ਦਿਨ ਸੀ ਔਰ ਕਿਸ ਤਰ੍ਹਾਂ ਪ੍ਰਭੂ ਦੀ ਵਫਾਦਾਰੀ ਦੇ ਦਿਨ ਸੀ। ਉਹਦੀ ਦ ਡੇਜ਼ ਆਫ ਦ ਫੇਥਫੁਲਨੈਸ, ਪ੍ਰਭੂ ਦੀ ਅਸੀਂ ਵਫਾਦਾਰੀ ਇੱਥੇ ਦੇਖਦੇ ਹਾਂ। ਐਕਟਸ ਚੈਪਟਰ 1 ਅੱਜ ਅਸੀਂ ਦੇਖਾਂਗੇ, ਪਹਿਲਾ ਚੈਪਟਰ ਐਕਟਸ ਦਾ ਅਸੀਂ ਦੇਖਾਂਗੇ। ਮੈਂ ਆਪਣੀ ਪਹਿਲੀ ਪੁਸਤਕ ਦੇ ਵਿੱਚ ਉਹ ਸਭ ਲਿਖਿਆ ਜੋ ਯਿਸੂ ਨੇ ਸ਼ੁਰੂ 'ਚ ਕੀਤਾ ਅਤੇ ਸਿਖਾਇਆ। ਉਸ ਸਮੇਂ ਤੱਕ ਜਦੋਂ ਤੱਕ ਕਿ ਉਹ ਉੱਪਰ ਸਵਰਗ ਦੇ ਵਿੱਚ ਉਠਾ ਨਾ ਲਏ ਗਏ। ਉਹਨਾਂ ਨੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੁਣੇ ਹੋਏ ਪ੍ਰਮੁੱਖ ਚੇਲਿਆਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਜ਼ਰੂਰੀ ਗੱਲਾਂ ਸਮਝਾਈਆਂ। ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਪਿੱਛੋਂ ਬਹੁਤ ਸਾਰੇ ਪ੍ਰਮਾਣਾਂ ਦੇ ਰਾਹੀਂ ਆਪਣਾ ਜਿਉਣਾ ਹੋਣਾ ਸਿੱਧ ਕੀਤਾ। ਉਹ 40 ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਵਰ ਦੇ ਰਾਜ ਦੇ ਬਾਰੇ ਦੱਸਦੇ ਰਹੇ। ਜਦੋਂ ਉਹ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੇ ਚੇਲਿਆਂ ਨੂੰ ਆਗਿਆ ਦਿੱਤੀ, ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਸਗੋਂ ਪਿਤਾ ਦੇ ਉਸ ਵਚਨ ਦਾ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਦੇ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਹੈ। ਕਿਉਂਕਿ ਯਹੂਨਾ ਨੇ ਤਾਂ ਪਾਣੀ ਦੇ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹਿਆਂ ਦਿਨਾਂ ਦੇ ਪਿੱਛੋਂ ਹੀ ਤੁਸੀਂ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਪਾਓਗੇ। ਔਰ ਯਹੂਨਾ ਦੇ ਬਾਰੇ ਜਿਸ ਤੇ ਅਸੀਂ ਪੜ੍ਹਿਆ, ਉਹ ਵੀ ਇਹੋ ਹੀ ਕਹਿ ਰਿਹਾ, ਮੈਂ ਤਾਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜੋ ਮੇਰੇ ਤੋਂ ਪਿੱਛੇ ਆ ਰਿਹਾ, ਮੈਂ ਉਸਦੇ ਜੋੜੇ ਝਾੜਨ ਦੇ ਯੋਗ ਵੀ ਨਹੀਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਵੇਗਾ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਵੇਗਾ। ਦੇਖੋ, ਪ੍ਰਭੂ ਦੇ ਵਚਨ ਦੇ ਵਿੱਚੋਂ ਸਭ ਤੋਂ ਪਹਿਲੀ ਚੀਜ਼ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਲਈ ਲਿਖੀ ਗਈ ਆ, ਵਰਸ 1, He always does something and then he taught it। ਉਹ ਆਮ ਜਿਹੜੇ ਅਸੀਂ ਲੋਕ ਦੇਖਦੇ ਹਾਂ, ਧਰਮੀ ਲੋਕ ਦੇਖਦੇ ਹਾਂ, ਉਹ ਸਿਰਫ ਸਿੱਖਿਆ ਦਿੰਦੇ ਆ। ਔਰ ਯਹੂਦੀਆਂ ਦੇ ਲਈ, ਫਰੀਸੀਆਂ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਇਹ ਕਿਹਾ ਸੀ, ਜੋ ਤੁਹਾਨੂੰ ਸਿੱਖਿਆ ਦਿੰਦੇ ਉਸ ਨੂੰ ਸੁਣੋ, ਇਹਨਾਂ ਦੇ ਕੰਮਾਂ ਦੇ ਪਿੱਛੇ ਨਾ ਜਾਓ। ਇਹ ਆਪਣੇ ਲਈ ਇਹ ਇੱਕ ਤਿਣਕਾ ਨਹੀਂ ਚੁੱਕਦੇ, ਇਹਨਾਂ ਦੇ ਪਿੱਛੇ ਨਾ ਜਾਓ। ਪ੍ਰਭੂ ਯਿਸੂ ਮਸੀਹ ਹਮੇਸ਼ਾ ਪਹਿਲਾਂ ਕੰਮ ਕਰਦੇ ਸੀ ਔਰ ਫਿਰ ਸਿੱਖਿਆ ਦਿੰਦੇ ਸੀ। ਉਹਨਾਂ ਨੇ ਪਹਿਲਾਂ ਚੇਲਿਆਂ ਦੇ ਪੈਰ ਧੋਤੇ ਔਰ ਫਿਰ ਸਿੱਖਿਆ ਦਿੱਤੀ ਕਿ ਤੁਸੀਂ ਵੀ ਇਸੇ ਤਰ੍ਹਾਂ ਕਰਿਆ ਕਰੋ। ਪਹਿਲਾਂ ਆਪ ਸਲੀਬ ਚੁੱਕੀ, ਫਿਰ ਕਿਹਾ ਆਪਣੀ ਸਲੀਬ ਚੁੱਕ ਕੇ ਤੁਰੋ, ਫਿਰ ਕਿਹਾ ਆਪਣੀ ਸਲੀਬ ਚੁੱਕ ਕੇ ਤੁਰੋ। ਪ੍ਰਭੂ ਯਿਸੂ ਮਸੀਹ ਹਮੇਸ਼ਾ ਪਹਿਲਾਂ ਕਰਦੇ ਸੀ ਔਰ ਫਿਰ ਉਸ ਚੀਜ਼ ਨੂੰ ਸਿਖਾਉਂਦੇ ਸੀ। ਔਰ ਉਸ ਸਮੇਂ ਤੱਕ
ਜਿਸ ਵੇਲੇ ਉੱਪਰ ਨਹੀਂ ਉਠਾ ਲਏ ਗਏ, ਉੱਪਰ ਨਹੀਂ ਉਠਾ ਲਏ ਗਏ, ਧਰਤੀ ਦੇ ਅਖੀਰਲੇ ਦਿਨ ਤੱਕ, ਅਖੀਰਲੇ ਪਲ ਤੱਕ ਜੋ ਸਮਾਂ ਉਹਨਾਂ ਲਈ ਚੁਣਿਆ ਗਿਆ ਸੀ, ਅਖੀਰਲੇ ਸਮੇਂ ਤੱਕ ਉਹ ਆਪਣਾ ਕੰਮ ਕਰਦੇ ਰਹੇ। ਖੁਦਾਵੰਦ ਦੇ ਬੰਦੇ ਦੇ ਲਈ there is no retirement, there is no retirement। ਅਸੀਂ ਅਖੀਰ ਤੱਕ, ਅਖੀਰਲੇ ਪਲ ਤੱਕ, ਜਦੋਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਠਾ ਲਈ ਨਹੀਂ ਗਏ, ਆਪਣਾ ਧਰਤੀ ਦਾ ਕੰਮ ਉਹ ਕਰਦੇ ਰਹੇ। ਉਹਨਾਂ ਨੂੰ ਵੱਕੀ ਕਿਹੜਾ ਕੰਮ? ਵੱਖਰੇ ਵੱਖਰੇ ਜਗ੍ਹਾ ਤੇ ਦਰਸ਼ਨ ਦੇ ਕੇ, ਆਪਣਾ ਆਪ ਦਿਖਾ ਕੇ ਸਭ ਤੋਂ ਪਹਿਲਾਂ ਇਹ ਸਿੱਧ ਕੀਤਾ ਕਿ ਮੈਂ ਮੁਰਦਿਆਂ ਦੇ ਵਿੱਚੋਂ ਜਿੰਦਾ ਹੋ ਗਿਆ। ਜੋ ਪ੍ਰਚਾਰ ਕੀਤਾ ਸੀ ਕਿ ਇਸ ਮੰਦਰ ਨੂੰ ਢਾ ਦਿਓ, ਇਹ ਤੀਸਰੇ ਦਿਨ ਫਿਰ ਮੈਂ ਖੜਾ ਕਰ ਦੂੰਗਾ, ਇਹ ਮੈਨੂੰ ਮਾਰ ਦੇਣਗੇ ਲੇਕਿਨ ਮੈਂ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜਿੰਦਾ ਹੋ ਜਾਊਂਗਾ। ਜੋ ਸਾਰਾ ਸਮਾਂ ਉਹਨਾਂ ਨੂੰ ਸਿਖਾਇਆ ਸੀ, ਉਹ ਸਾਰਾ ਉਹਨਾਂ ਦੇ ਸਾਹਮਣੇ ਸਿੱਧ ਕੀਤਾ, ਸਿੱਧ ਕੀਤਾ ਕਿ ਮੈਨੂੰ ਮਾਰ ਦਿੱਤਾ, ਮੈਨੂੰ ਦਬਾ ਦਿੱਤਾ, ਦੇਖੋ ਮੈਂ ਤੀਸਰੇ ਦਿਨ ਤੁਹਾਡੇ ਸਾਹਮਣੇ ਫਿਰ ਮੁਰਦਿਆਂ ਦੇ ਵਿੱਚੋਂ ਖੜਾ ਹੋਇਆ। ਦੂਸਰੀ ਚੀਜ਼, ਪਹਿਲਾਂ ਇਹ ਸਿੱਧ ਕੀਤਾ, ਦੂਸਰਾ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦੇ ਬਾਰੇ ਸਿੱਖਿਆ ਦਿੱਤੀ। ਇਨਸਾਨ ਦਾ ਰਾਜ, ਧਰਤੀ ਦੇ ਰਾਜ ਦੇ ਵਿੱਚ ਔਰ ਪਰਮੇਸ਼ਵਰ ਦੇ ਘਰ ਦੇ ਰਾਜ ਦੇ ਵਿੱਚ ਕੀ ਫਰਕ ਆ, ਡਿਫਰੈਂਸ ਕੀ ਆ? ਪਰਮੇਸ਼ਵਰ ਦੇ ਰਾਜ ਦੀ ਘਰ ਦੀ, ਪਰਮੇਸ਼ਵਰ ਦਾ ਜਿਹੜੀਆਂ ਚੀਜ਼ਾਂ ਪਹਿਲਾਂ ਉਹਨਾਂ ਨੂੰ ਸਾਰੀਆਂ ਉਦਾਹਰਨਾਂ ਦੇ ਰਾਹੀਂ ਦੱਸੀਆਂ ਸੀਗੀਆਂ, ਉਹ ਹੁਣ ਖੋਲ ਕੇ ਉਹਨਾਂ ਨੂੰ ਸਮਝਾਈਆਂ ਜਾ ਰਹੀਆਂ ਕਿ ਉਹ ਸਮਝ ਸਕਣ ਕਿ ਪਰਮੇਸ਼ਵਰ ਦਾ ਜਿਹੜਾ ਇਹਨਾਂ ਦਾ ਧਿਆਨ ਆ, ਉਹ ਪਰਮੇਸ਼ਵਰ ਦੇ ਘਰ ਦੇ ਵੱਲ ਨੂੰ ਲੱਗੇ, ਨਾ ਕਿ ਇਹਨਾਂ ਦਾ ਧਿਆਨ ਆਪਣੇ ਇਸ ਦੁਨਿਆਵੀ ਰਾਜ ਦੇ ਵੱਲ ਲੱਗੇ, ਨਾ ਕਿ ਇਸ ਦੁਨੀਆ ਦੀਆਂ ਚੀਜ਼ਾਂ ਤੇ ਰੱਖੇ। ਵਚਨ ਦੱਸਦਾ ਕਿ 40 ਸਾਲ 40 ਦਿਨ ਤੱਕ ਉਹਨਾਂ ਨੂੰ ਇਹ ਸਿੱਖਿਆ ਉਹ ਦਿੰਦੇ ਰਹੇ। ਔਰ ਜਿਸ ਵੇਲੇ ਵੀ ਉਹਨਾਂ ਨੂੰ ਅਖੀਰ ਦੇ ਦਿਨ ਜਦੋਂ ਉਹਨਾਂ ਨੂੰ ਉਹ ਮਿਲਿਆ, ਉਹਨਾਂ ਨੂੰ ਇੱਕ ਆਗਿਆ ਦਿੱਤੀ ਗਈ ਆ ਕਿ ਯਰੂਸ਼ਲਮ ਦੇ ਵਿੱਚ ਤੋਂ ਬਾਹਰ ਨਾ ਜਾਣਾ। ਕਿਉਂ ਬਾਹਰ ਨਾ ਜਾਣਾ? ਜੋ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਅਨਾਥ ਨਹੀਂ ਛੱਡੂੰਗਾ। ਪਰਮੇਸ਼ਵਰ ਕਦੀ ਕਿਸੇ ਨੂੰ ਇਕੱਲਾ ਨਹੀਂ ਛੱਡਦਾ, ਕਦੀ ਇਨਸਾਨ ਨੂੰ ਇਕੱਲਾ ਨਹੀਂ ਛੱਡਦਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡੂੰਗਾ, ਤੁਹਾਡੇ ਲਈ ਪਵਿੱਤਰ ਆਤਮਾ ਆਏਗਾ, ਇੱਕ ਨਵਾਂ ਬਪਤਿਸਮਾ ਤੁਸੀਂ ਪਾਓਗੇ, ਨਵਾਂ ਬੈਪਟਿਜ਼ਮ ਤੁਸੀਂ ਪਾਓਗੇ, ਦਾ ਬੈਪਟਿਜ਼ਮ ਆਫ ਹੋਲੀ ਸਪਿਰਿਟ। ਯਹੂਨਾ ਬਪਤਿਸਮਾ ਦੇਣ ਵਾਲੇ ਨੇ ਕੀ ਕਿਹਾ ਸੀਗਾ? ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ, ਇੱਕ ਜੋ ਮੇਰੇ ਪਿੱਛੋਂ ਆਏਗਾ ਉਹ ਤੁਹਾਨੂੰ ਅੱਗ ਦੇ ਨਾਲ ਔਰ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ। ਉਸ ਦਿਨ ਦੇ ਬਾਰੇ ਉਹ ਕਹਿ ਰਹੇ ਆ, ਇੱਥੋਂ ਬਾਹਰ ਨਾ ਜਾਣਾ। ਔਰ ਅੱਗੇ ਅਸੀਂ ਜਿਸ ਲਈ ਵਰਸ 6 ਦੇ ਵਿੱਚ ਆਉਂਦੇ ਆ, ਜਦੋਂ ਉਹ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ ਕੀ ਤੁਸੀਂ ਇਸ ਵੇਲੇ ਇਸਰਾਇਲ ਕੌਮ ਦੇ ਰਾਜ ਫਿਰ ਸਥਾਪਿਤ ਕਰੋਗੇ? ਉਹਨਾਂ ਚੇਲਿਆਂ ਨੂੰ ਉੱਤਰ ਦਿੱਤਾ, ਇਹ ਤੁਹਾਡਾ ਕੰਮ ਨਹੀਂ ਹੈ ਕਿ ਉਹਨਾਂ ਨਿਸ਼ਚਿਤ ਸਮਿਆਂ ਅਤੇ ਵੇਲਿਆਂ ਦੇ ਬਾਰੇ ਜਾਣੋ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਦੇ ਵਿੱਚ ਰੱਖਿਆ ਹੈ, ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਦੇ ਵਿੱਚ ਰੱਖਿਆ ਹੈ। ਔਰ ਦੇਖੋ ਚੇਲਿਆਂ ਦਾ ਧਿਆਨ ਹਾਲੇ ਵੀ ਦੁਨਿਆਵੀ ਚੀਜ਼ਾਂ ਦੇ ਵਿੱਚ। ਅਸੀਂ ਕਈ ਵਾਰੀ ਕਹਿੰਦੇ ਕਿ ਸਾਨੂੰ ਕਿਸੇ ਜੇ ਬਸ ਪਰਮੇਸ਼ਰ ਦੇ ਇੱਕ ਵਾਰੀ ਦਰਸ਼ਨ ਹੋ ਜਾਣ ਜੀ, ਬੰਦਾ ਤਾਂ ਬਸ ਬਿਲਕੁਲ ਸਾਰਾ ਬਦਲ ਜਾਂਦਾ। ਇਹਨਾਂ 12 'ਚ ਤਾਂ ਕੋਈ ਫਰਕ ਨਹੀਂ ਆਇਆ। ਦਰਸ਼ਨਾਂ ਦੇ ਨਾਲ ਨਹੀਂ, ਉਸ ਦੀ ਹਜ਼ੂਰੀ ਦੇ ਨਾਲ। ਜਦ ਉਹਦੀ ਹਜ਼ੂਰੀ ਅੰਦਰ ਆਉਂਦੀ ਆ, ਉਹਦੇ ਨਾਲ ਇਨਸਾਨ ਦੇ ਵਿੱਚ ਫਰਕ ਪੈਂਦਾ। ਇਹਨਾਂ ਦੇ ਵਿੱਚ ਉਹ ਹੈ, ਪ੍ਰਭੂ ਜੀ ਕੀ ਤੁਸੀਂ ਇਸ ਵੇਲੇ ਇਜ਼ਰਾਈਲ ਕੌਮ ਦਾ ਰਾਜ ਸਿਰਫ ਉਹ ਇੰਨੇ ਕੁ ਛੋਟੇ ਜਿਹੇ ਇਜ਼ਰਾਈਲ ਦੇ ਉੱਤੇ, ਅਗਰ ਅਸੀਂ ਸਾਰਾ ਨਕਸ਼ਾ ਮਿਡਲ ਈਸਟ ਦਾ ਲਾ ਲਈਏ, ਨਕਸ਼ਾ ਲਾ ਲਈਏ ਨਾ, ਤੇ ਜਿਹੜਾ ਇਜ਼ਰਾਈਲ ਉਹ ਸਾਰੇ ਦਾ ਸਾਰਾ ਅੰਗੂਠੇ ਦੇ ਥੱਲੇ ਆ ਜਾਂਦਾ। ਇੰਨਾ ਕਾ ਇਜ਼ਰਾਈਲ, ਉਹ ਸਾਰੇ ਪਰਮੇਸ਼ਵਰ ਦੇ ਰਾਜ ਦੇ ਬਾਰੇ ਉਹਨਾਂ ਨੂੰ ਦੱਸ ਰਹੇ ਆ, ਤੇ ਉਹਨਾਂ ਨੂੰ ਸਿਰਫ ਇਜ਼ਰਾਈਲ ਦਾ ਰਾਜ। ਦੇਖਿਆ ਸਾਡਾ ਕਿੰਨਾ ਛੋਟਾਪਨ। ਜੇ ਪਰਮੇਸ਼ਵਰ ਤੋਂ ਕੋਈ ਮੰਗਣਾ, ਪਰਮੇਸ਼ਵਰ ਤੋਂ ਮੰਗਦੇ ਵੀ ਦੇਖੋ ਕੀ ਪਏ। ਤਦੀ ਤਾਂ ਕਹਿੰਦਾ ਸਾਨੂੰ ਤਾਂ ਦੁਆ ਵੀ ਨਹੀਂ ਕਰਨੀ ਆਉਂਦੀ। ਪ੍ਰਭੂ ਦਾ ਵਚਨ ਕਹਿੰਦਾ ਸਾਨੂੰ ਤਾਂ ਦੁਆ ਵੀ ਨਹੀਂ ਕਰਨੀ ਆਉਂਦੀ।
ਪਵਿੱਤਰ ਆਤਮਾ ਖੁਦ ਆਹਾਂ ਭਰ ਕੇ ਸਾਡੇ ਲਈ ਦੁਆ ਕਰਦਾ। ਸਾਨੂੰ ਇਹ ਦੁਨੀਆ ਦਾ ਰਾਜਾ ਉਹਨਾਂ ਦੇ ਮੂਹਰੇ ਖੜਿਆ, ਸਾਰੇ ਬ੍ਰਹਮੰਡਲ ਦਾ ਰਾਜਾ ਉਹਨਾਂ ਦੇ ਮੂਹਰੇ ਖੜਾ, ਤੇ ਉਹ ਤੋਂ ਮੰਗ ਕੀ ਰਹੇ ਆ? ਇਜ਼ਰਾਈਲ ਦਾ ਰਾਜ। ਇਜ਼ਰਾਈਲ ਦਾ ਰਾਜ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਦਾਣਾ ਆ ਇਜ਼ਰਾਈਲ, ਇੰਨਾ ਕਾ ਇਜ਼ਰਾਈਲ, ਪੋਟੇ ਜਿੰਨਾ, ਉਹ ਮੰਗਦੇ ਪਏ ਉਹਦੇ ਕੋਲ। ਤੁਸੀਂ ਇਜ਼ਰਾਈਲ ਦਾ ਰਾਜ ਫਿਰ ਸਥਾਪਿਤ ਕਰੋਗੇ? ਉਹਨਾਂ ਨੇ ਚੇਲਿਆਂ ਨੂੰ ਕਿਹਾ ਕਿ ਇਹ ਜਾਣਨਾ ਤੁਹਾਡਾ ਕੰਮ ਨਹੀਂ ਹੈ। ਉਹਨਾਂ ਨਿਸ਼ਚਿਤ ਸਮਿਆਂ ਅਤੇ ਵੇਲਿਆਂ ਦੇ ਬਾਰੇ ਜਾਣੋ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਦੇ ਵਿੱਚ ਰੱਖਿਆ ਹੈ। ਬਾਪ ਦੇ ਅਧਿਕਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਆ, ਉਹਨਾਂ ਚੀਜ਼ਾਂ ਦੇ ਬਾਰੇ ਜਾਣਨਾ ਤੁਹਾਡਾ ਕੰਮ ਨਹੀਂ। ਜਿਸ ਕੰਮ ਦੇ ਲਈ ਤੁਸੀਂ ਚੁਣੇ ਗਏ ਆ, ਉਹ ਦੇਖੋ ਕੀ ਕਹਿ ਰਿਹਾ 8ਵੀਂ ਆਇਤ, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤਾਂ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ, ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੀਆ ਦੇ ਵਿੱਚ ਔਰ ਸਾਰੇ ਸਾਮਰੀਆ ਦੇ ਵਿੱਚ ਔਰ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ। Now, you are only talking about Israel. That's not the purpose that I have chosen you. Not for the small thing. They are asking for Israel that if you look at the map of the whole Middle East, forget the map of the world, you can fit the whole Israel under your thumb. The giver of everything is standing in front of them, and that's all they are asking. And that's why Lord said, we do not even know how to pray. That's their prayer is. But in the verse 8, he's giving them the whole universe, the whole earth, that you will be my witness to the ends of the earth. ਦੇਖੋ ਕੀ ਕਹਿ ਰਿਹਾ, ਤੁਸੀਂ ਯਰੂਸ਼ਲਮ ਦੇ ਵਿੱਚ ਜਿੱਥੇ ਤੁਸੀਂ ਇਸ ਵੇਲੇ ਹੈਗੇ ਆ, ਤੁਸੀਂ ਇਸ ਦੇਸ਼ ਦੇ ਵਿੱਚ ਜਿਸ ਦਾ ਨਾਂ ਯਹੂਦੀਆ, ਫਿਰ ਉਸ ਤੋਂ ਬਾਅਦ ਸਾਮਰੀਆ, ਜਿਹੜੀਆਂ ਉਹਨਾਂ ਦੀਆਂ ਬਾਕੀ ਦੀਆਂ 10 ਟਰਾਈਬਾਂ, ਬਾਕੀ 10 ਭੈਣ ਭਰਾ ਆ ਉਹਨਾਂ ਦੇ, ਔਰ ਉਸ ਤੋਂ ਬਾਅਦ ਦੁਨੀਆ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ। ਯਿਸੂ ਨੇ ਕਿਹਾ ਮੇਰੀ ਗਵਾਹੀ ਤੁਸੀਂ ਦਵੋਗੇ। ਤੁਹਾਨੂੰ ਤਾਂ ਸਿਰਫ ਯਰੂਸ਼ਲਮ, ਤੁਹਾਨੂੰ ਸਿਰਫ ਇਹ ਛੋਟੇ ਜਿਹੇ ਇਜ਼ਰਾਈਲ ਦੀ ਪਈ ਹੋਆ, ਇਹਦੇ ਲਈ ਨਹੀਂ, ਦੁਨੀਆ ਦੀਆਂ ਅੰਤਮ ਹੱਦਾਂ ਤੱਕ ਤੁਸੀਂ ਜਾਣੇ ਜਾਓਗੇ। ਦੁਨੀਆ ਦੀਆਂ ਅੰਤਮ ਹੱਦਾਂ ਤੱਕ ਜਿਸਲੇ ਵੱਖਰੀਆਂ ਵੱਖਰੀਆਂ ਬੋਲੀਆਂ ਦੇ ਵਿੱਚ ਲੋਕ ਪੜ੍ਹਨਗੇ ਤੇ ਤੁਹਾਨੂੰ ਕਹਿਣਗੇ ਕਿ ਪਰਮੇਸ਼ਵਰ ਨੇ ਆਪਣਾ ਹੱਥ ਇਹਨਾਂ ਲੋਕਾਂ ਦੇ ਉੱਤੇ ਰੱਖਿਆ ਸੀ, ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ ਚੁਣਿਆ ਸੀ। ਦੇਖੋ ਵਚਨ 'ਚ ਅੱਗੇ ਕੀ ਲਿਖਿਆ, ਇਹ ਕਹਿ ਚੁੱਕਣ ਦੇ ਪਿੱਛੋਂ ਚੇਲਿਆਂ ਨੇ ਦੇਖਦਿਆਂ ਹੀ ਦੇਖਦਿਆਂ ਉਹ ਉੱਪਰ ਉਠਾ ਲਏ ਗਏ ਅਤੇ ਬੱਦਲ ਨੇ ਉਹਨਾਂ ਨੂੰ ਚੇਲਿਆਂ ਦੀਆਂ ਅੱਖਾਂ ਤੋਂ ਲੁਕਾ ਲਿਆ। ਹਾਲੇ ਤੱਕ ਉਹ ਚੀਜ਼ਾਂ ਦੇਖ ਅਸੀਂ ਆਖਰੀ ਸਮੇਂ ਤੱਕ, ਧਰਤੀ ਦੇ ਆਖਰੀ ਸਮੇਂ ਤੱਕ ਉਹਨਾਂ ਨੇ ਚੇਲਿਆਂ ਦੇ ਨਾਲ ਉਹਨਾਂ ਦਾ ਹੌਸਲਾ ਵਧਾਇਆ ਔਰ ਇੱਥੇ ਉਹਨਾਂ ਨੂੰ ਕੰਮ ਦਿੱਤਾ। ਆਪਣਾ ਕੰਮ ਦੇ ਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਉਠਾ ਲਏ ਗਏ ਔਰ ਬੱਦਲਾਂ ਨੇ ਉਹਨਾਂ ਨੂੰ ਢੱਕ ਲਿਆ। ਅਜੇ ਉਹ ਉੱਪਰ ਆਕਾਸ਼ ਵੱਲ ਬੜੇ ਧਿਆਨ ਦੇ ਨਾਲ ਯਿਸੂ ਨੂੰ ਜਾਂਦਿਆਂ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਾਏ ਹੋਏ 2 ਆਦਮੀ ਉਹਨਾਂ ਦੇ ਕੋਲ ਆਣ ਖਲੋਤੇ। ਉਹ ਬੋਲੇ, ਹੇ ਗਲੀਲੀ ਆਦਮੀਓ, ਤੁਸੀਂ ਖੜੇ ਆਕਾਸ਼ ਵੱਲ ਕਿਉਂ ਤੱਕ ਰਹੇ ਹੋ? ਇਹ ਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਆਕਾਸ਼ 'ਤੇ ਉਠਾ ਲਏ ਗਏ ਹਨ, ਇਹ ਇਸੇ ਤਰ੍ਹਾਂ ਫਿਰ ਆਉਣਗੇ। ਜਿਸ ਪਹਾੜ ਦੇ ਉੱਤੇ ਪ੍ਰਭੂ ਯਿਸੂ ਮਸੀਹ ਖੜੇ ਆ ਨਾ, ਉਸੇ ਪਹਾੜ ਦੇ ਉੱਤੇ ਉਹ ਵਾਪਸ ਆਉਣਗੇ। ਜਿਸ ਵੇਲੇ ਅਸੀਂ ਜ਼ਕਰਿਆ ਦਾ 14ਵਾਂ ਭਾਵ ਪੜ੍ਹਦੇ ਹਾਂ, ਦਿਸ ਇਜ਼ ਜਸਟ ਅਕ੍ਰੋਸ ਵਿਦ ਜ਼ੈਕਰਾਇਆ ਚੈਪਟਰ 14। ਜਿਸ ਲਈ ਅਸੀਂ ਜ਼ੈਕਰਾਇਆ ਦਾ 14ਵਾਂ ਭਾਵ ਪੜ੍ਹਦੇ ਹਾਂ, ਉਹਨੂੰ ਘਰ ਜਾ ਕੇ ਜ਼ਰੂਰ ਪੜ੍ਹਿਓ। ਦੇਖਿਓ ਇਸੇ ਹੀ ਪਹਾੜ ਤੇ ਪ੍ਰਭੂ ਵਾਪਸ ਆ ਰਹੇ ਆ। ਇਸੇ ਹੀ ਜਿਸਲੇ ਪ੍ਰਭੂ ਵਾਪਸ ਆਉਣਗੇ, ਇਸੇ ਹੀ ਪਹਾੜ ਤੇ ਆ ਕੇ ਆਪਣਾ ਪੈਰ ਰੱਖਣਗੇ ਔਰ ਇਹ ਪਹਾੜ 2 ਹਿੱਸਿਆਂ ਦੇ ਵਿੱਚ ਵੰਡ ਜਾਏਗਾ, 2 ਹਿੱਸਿਆਂ ਦੇ ਵਿੱਚ ਫਟ ਜਾਏਗਾ, ਇਸ ਦੇ ਵਿੱਚ ਦੀ ਰਸਤਾ ਬਣ ਜਾਏਗਾ। ਇਹ ਵਚਨ ਦੇ ਵਿੱਚ ਲਿਖਿਆ ਗਿਆ। ਇਹ ਜਿਸ ਯਿਸੂ ਨੂੰ ਤੁਸੀਂ ਜਿੱਦਾਂ ਹੀ ਜਾਂਦੇ ਹੋਏ ਦੇਖ ਰਹੇ ਆ, ਇਹ ਇਸੇ ਤਰ੍ਹਾਂ ਹੀ ਵਾਪਸ ਆਉਣਗੇ ਔਰ ਜਿਸ ਤਰ੍ਹਾਂ ਤੁਸੀਂ ਆਕਾਸ਼ ਦੇ ਵਿੱਚ ਜਾਂਦਿਆਂ ਦੇਖਿਆ ਹੈ। ਫਿਰ ਚੇਲੇ ਜੈਤੂਨ
ਕੰਜ ਨਾਂ ਦੇ ਪਹਾੜ ਤੋਂ ਯਰੂਸ਼ਲਮ ਵਾਪਸ ਚਲੇ ਗਏ। ਇਸੇ ਹੀ ਪਹਾੜ ਦੀ ਉਹ ਗੱਲ ਕਰ ਰਹੇ ਆ, ਮਾਊਂਟ ਆਫ ਓਲਿਵਸ। ਵਾਪਸ ਚਲੇ ਗਏ। ਇਸ ਪਹਾੜ ਯਰੂਸ਼ਲਮ ਤੋਂ ਕੋਈ 1 ਕਿਲੋਮੀਟਰ ਦੂਰ ਹੈ। ਸ਼ਹਿਰ ਵਿੱਚ ਵਾਪਸ ਆ ਕੇ ਉਹ ਚੁਬਾਰੇ ਦੇ ਵਿੱਚ ਗਏ ਜਿੱਥੇ ਉਹ ਰਹਿ ਰਹੇ ਸਨ। ਪਤਰਸ, ਯਹੂਨਾ, ਯਾਕੂਬ, ਆਂਦਰਿਆਸ, ਫਿਲਿਪਸ, ਥੋਮਾ, ਬਰਥਮਈ, ਮੱਤੀ, ਹਲਫਾਈ ਦਾ ਪੁੱਤਰ ਯਾਕੂਬ, ਸ਼ਮਾਉਨ ਦੇਸ਼ ਭਗਤ, ਯਾਕੂਬ ਦਾ ਪੁੱਤਰ ਯਹੂਦਾ, ਉਹ ਸਾਰੇ ਜਿਨ੍ਹਾਂ ਵਿੱਚ ਕੁਝ ਔਰਤਾਂ ਯਸੂ ਦੀ ਮਾਤਾ ਮਰੀਅਮ ਅਤੇ ਉਹਨਾਂ ਦੇ ਭਰਾ ਵੀ ਸਨ, ਇੱਕ ਮਨ ਹੋ ਕੇ ਪ੍ਰਾਰਥਨਾ ਦੇ ਵਿੱਚ ਰੁੱਝੇ ਰਹੇ। ਸੋ ਜਿਹੜਾ ਪਹਿਲਾ ਕੰਮ ਉਹਨਾਂ ਨੇ ਕੀਤਾ ਉਹ ਬਿਲਕੁਲ ਸਹੀ ਸੀ। ਜੋ ਪਰਮੇਸ਼ਰ ਨੇ ਉਹਨਾਂ ਨੂੰ, ਜੋ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਣਾ ਜਦ ਤੱਕ ਕਿ ਤੁਸੀਂ ਤਾਕਤ ਪ੍ਰਾਪਤ ਨਾ ਕਰੋ, ਓਨੀ ਦੇਰ ਤੱਕ ਪਰਮੇਸ਼ਰ ਦੇ ਰਾਜ ਦਾ ਕੋਈ ਕੰਮ ਨਾ ਕਰਨਾ। ਕਹਿਣ ਦਾ ਮਤਲਬ ਇਹ ਸੀ, ਓਨੀ ਦੇਰ ਤੱਕ ਪਰਮੇਸ਼ਰ ਦੇ ਰਾਜ ਦਾ ਕੋਈ ਕੰਮ ਨਾ ਕਰਨਾ ਜਿੰਨੀ ਦੇਰ ਤੱਕ ਕਿ ਤੁਸੀਂ ਉੱਪਰੋਂ ਤਾਕਤ ਪ੍ਰਾਪਤ ਨਾ ਕਰੋ। ਲੇਕਿਨ ਅੱਗੇ ਤੁਸੀਂ ਦੇਖੋ ਕਿ ਉਹਨਾਂ ਨੇ, ਕਈ ਵਾਰ ਅਸੀਂ ਆਪਣੇ ਆਪ ਤੋਂ ਅੱਗੇ ਨਿਕਲ ਜਾਂਦੇ ਹਾਂ, ਆਪਣੇ ਆਪ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਪ੍ਰਭੂ ਤੋਂ ਵੀ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਅਗਲਾ ਕੰਮ ਜਿਹੜਾ ਉਹਨਾਂ ਨੇ ਕੀਤਾ ਉਹ they just get ahead of God and they try to choose the 12th disciple. They were not asked to do that. They're supposed to pray and wait for the Holy Spirit. God has already chosen the 12th disciple, but they get ahead of themselves. ਸੋ ਉਹਨਾਂ ਨੇ ਕੀ ਸ਼ੁਰੂ ਕਰ ਦਿੱਤਾ ਕਿ ਇਹਨਾਂ ਦਿਨਾਂ ਦੇ ਵਿੱਚ ਪਤਰਸ ਇਕੱਠੇ ਹੋਏ ਭਰਾਵਾਂ ਦੇ ਸਾਹਮਣੇ ਖੜਾ ਹੋਇਆ, ਜਿਨ੍ਹਾਂ ਦੀ ਗਿਣਤੀ ਕੋਈ 120 ਸੀ। ਬੋਲਿਆ, ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ ਗ੍ਰੰਥ ਦਾ ਵਾਕ ਪੂਰਾ ਹੋਵੇ ਜਿਹੜਾ ਪਵਿੱਤਰ ਆਤਮਾ ਨੇ ਦਾਊਦ ਦੇ ਦੁਆਰਾ ਯਹੂਦਾ ਦੇ ਬਾਰੇ ਪਹਿਲਾਂ ਹੀ ਕਿਹਾ ਸੀ, ਜੋ ਯਸੂ ਦੇ ਫੜਨ ਵਾਲਿਆਂ ਦਾ ਪਥ ਪ੍ਰਦਰਸ਼ਕ ਸੀ। ਯਹੂਦਾ ਸਾਡੇ ਵਿੱਚੋਂ ਇੱਕ ਸੀ, ਉਹ ਸਾਡੇ ਨਾਲ ਇਸੇ ਸੇਵਾ ਦੇ ਲਈ ਚੁਣਿਆ ਗਿਆ ਸੀ। ਯਹੂਦਾ ਨੇ ਆਪਣੇ ਇਸ ਅਧਰਮ ਦੇ ਪੈਸੇ ਨਾਲ ਇੱਕ ਖੇਤ ਮੁੱਲ ਲਿਆ। ਉੱਥੇ ਉਹ ਸਿਰ ਭਰ ਡਿੱਗਾ, ਉਸਦਾ ਪੇਟ ਪਾਟ ਗਿਆ, ਜਿਸ ਕਾਰਨ ਉਸਦੀਆਂ ਸਾਰੀਆਂ ਆਂਦਰਾਂ ਬਾਹਰ ਨਿਕਲ ਆਈਆਂ। ਯਰੂਸ਼ਲਮ ਦੇ ਸਾਰੇ ਨਿਵਾਸੀ ਇਹ ਜਾਣ ਗਏ, ਇਸ ਲਈ ਉਹਨਾਂ ਦੀ ਬੋਲੀ ਦੇ ਵਿੱਚ ਖੇਤ ਦਾ ਨਾਂ ਹਕ ਲਦਮਾ ਅਰਥਾਤ ਲਹੂ ਦਾ ਖੇਤ ਅਖਵਾਇਆ। ਭਜਨ ਦੀ ਪੋਥੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਉੱਥੇ ਉਸ ਦੇ ਰਹਿਣ ਦੀ ਥਾਂ ਵੀਰਾਨ ਹੋ ਜਾਵੇ, ਉਸ ਦੇ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ, ਫਿਰ ਇਹ ਵੀ ਕਿ ਉਸ ਦੀ ਥਾਂ ਕੋਈ ਦੂਜਾ ਸੰਭਾਲੇ। ਇਸ ਲਈ ਜ਼ਰੂਰੀ ਹੈ ਕਿ ਇੱਕ ਆਦਮੀ ਸਾਡੇ ਨਾਲ ਪ੍ਰਭੂ ਯਸੂ ਦੇ ਫਿਰ ਜਿੰਦਾ ਹੋਣ ਦਾ ਗਵਾਹ ਬਣੇ। ਇਹ ਆਦਮੀ ਉਹਨਾਂ ਆਦਮੀਆਂ ਦੇ ਵਿੱਚੋਂ ਹੋਣਾ ਚਾਹੀਦਾ ਹੈ ਜਿਹੜੇ ਸਾਰੇ ਉਸ ਸਮੇਂ ਦੇ ਵਿੱਚ ਯਹੂਨਾ ਬਪਤਿਸਮਾ ਦੇਣ ਵਾਲੇ ਤੋਂ ਲੈ ਕੇ ਯਸੂ ਦੇ ਸਵਰਗ ਦੇ ਵਿੱਚ ਉਠਾਏ ਜਾਣ ਤੱਕ, ਜਦੋਂ ਕਿ ਯਸੂ ਸਾਡੇ ਵਿੱਚ ਆਉਂਦੇ ਜਾਂਦੇ ਰਹੇ, ਲਗਾਤਾਰ ਸਾਡੇ ਨਾਲ ਰਹੇ ਸਨ। ਉਹਨਾਂ ਦਾ ਚੇਲਾ ਕਿਸੇ ਨੂੰ ਚੁਣਨ ਦਾ ਇੱਕ ਆਪਣਾ ਸਿਧਾਂਤ ਉਹਨਾਂ ਨੇ ਬਣਾ ਲਿਆ। ਉਹ ਸਿਧਾਂਤ ਇਹ ਸੀ ਕਿ ਜਿਸ ਦਿਨ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਭੂ ਯਸੂ ਮਸੀਹ ਨੂੰ ਬਪਤਿਸਮਾ ਦਿੱਤਾ ਸੀ, ਔਰ ਉਹਨਾਂ ਚੇਲਿਆਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਯਸੂ ਦੇ ਪਿੱਛੇ ਚੱਲ ਪਏ ਸੀਗੇ, ਕਿਉਂਕਿ ਉਸਨੇ ਕਿਹਾ ਸੀਗਾ ਇਹੋ ਹੀ ਆ ਜੋ ਮੇਰੇ ਪਿੱਛੇ ਆ ਰਿਹਾ, ਔਰ ਬਹੁਤ ਸਾਰੇ ਚੇਲੇ ਯਹੂਨਾ ਨੂੰ ਛੱਡ ਕੇ ਯਸੂ ਦੇ ਪਿੱਛੇ ਚੱਲ ਪਏ। ਸੋ ਉਸ ਸਮੇਂ ਤੋਂ ਜਿਹੜਾ ਉਹਦੇ ਨਾਲ ਸੀ, ਯਾਨੀ ਕਿ ਆਪਣੇ ਗਰੁੱਪ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਚੁਣਨਾ ਚਾਹਿਆ ਜਿਹੜਾ ਪੁਰਾਣੇ ਗਰੁੱਪ ਦੇ ਵਿੱਚੋਂ ਸੀ। ਇਹ ਉਹਨਾਂ ਦੇ ਦਿਲ ਦੀ ਆਸ਼ਾ ਸੀ ਕਿ ਉਹ ਬਾਹਰੋਂ ਆ ਕੇ ਸਾਡੇ ਨਾਲ ਕਿਤੇ ਖੜਾ ਨਾ ਹੋ ਜਾਵੇ। ਆਪਣੇ ਆਪ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਦੇਖੋ ਕੀ ਕਹਿ ਰਿਹਾ, ਲੈ ਕੇ ਸਵਰਗ ਦੇ ਵਿੱਚ ਉਠਾਏ ਜਾਣ ਤੱਕ ਯਸੂ ਸਾਡੇ ਵਿੱਚ ਆਉਂਦੇ ਜਾਂਦੇ ਰਹੇ, ਲਗਾਤਾਰ ਸਾਡੇ ਨਾਲ ਸਨ। ਵਰਸ 23। ਇਸ ਉੱਤੇ ਉਹਨਾਂ ਨੇ ਦੋ ਆਦਮੀਆਂ ਨੂੰ ਅੱਗੇ ਕੀਤਾ, ਇੱਕ ਯੂਸਫ ਜੋ ਬਰਸਬਾ ਖਵਾਉਂਦਾ ਸੀ, ਜਿਸ ਦਾ ਉਪਨਾਮ ਯੁਸਤੁਸ ਸੀ, ਅਤੇ ਦੂਜਾ ਮਤੀਆ। ਫਿਰ ਉਹਨਾਂ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਤੂੰ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈ, ਇਸ ਲਈ ਸਾਡੇ ਉੱਤੇ ਪ੍ਰਗਟ ਕਰਕੇ ਇਹਨਾਂ ਦੋਹਾਂ ਦੇ ਵਿੱਚੋਂ ਤੂੰ ਕਿਸ ਨੂੰ ਚੁਣਿਆ ਹੈ ਕਿ ਉਹ ਪ੍ਰਮੁੱਖ ਚੇਲਾ ਹੋਣ ਦਾ ਪਦ ਪ੍ਰਾਪਤ ਕਰੇ, ਜਿਸ ਨੂੰ ਛੱਡ ਕੇ ਯਹੂਦਾ ਆਪਣੀ ਪਹਿਲੀ ਥਾਂ ਤੇ ਚਲਾ ਗਿਆ ਹੈ।
ਫਿਰ ਉਹਨਾਂ ਨੇ ਦੋਹਾਂ ਦੇ ਲਈ ਪਰਚੀਆਂ ਪਾਈਆਂ ਅਤੇ ਪਰਚੀ ਮਤੀਆ ਦੇ ਨਾਂ ਦੀ ਨਿਕਲੀ। ਇਸ ਤਰ੍ਹਾਂ ਮਤੀਆ 11 ਪ੍ਰਮੁੱਖ ਚੇਲਿਆਂ ਦੇ ਨਾਲ ਸ਼ਾਮਿਲ ਕੀਤਾ ਗਿਆ। ਇਸ ਤੋਂ ਬਾਅਦ ਅਸੀਂ ਮਤੀਆ ਦੇ ਬਾਰੇ ਕਿਤੇ ਨਹੀਂ ਪੜ੍ਹਦੇ। ਚਰਚ ਹਿਸਟਰੀ ਦੇ ਵਿੱਚ ਕਿਤੇ ਮਤੀਆ ਦਾ ਨਾਂ ਨਹੀਂ ਆਉਂਦਾ ਕਿ ਉਸਨੇ ਕੀ ਕੀਤਾ। It was Lord's job to choose an apostle, not man's job. ਇਸ ਕੰਮ ਦੇ ਲਈ ਇਹਨਾਂ ਨੂੰ ਇਕੱਠੇ ਨਹੀਂ ਸੀ ਕੀਤਾ। ਔਰ ਸਾਨੂੰ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ। ਦੇਖੋ, ਕੰਮ ਅਸੀਂ ਜਿਹੜਾ ਦੇਖ ਰਹੇ ਇੱਕ ਗਲਤ ਕੰਮ ਆ, ਉਸ ਦੇ ਲਈ ਉਹਨਾਂ ਨੇ ਵਚਨ ਵੀ ਯੂਜ਼ ਕੀਤਾ, ਬਾਈਬਲ ਦੇ ਵਿੱਚੋਂ, ਪੁਰਾਣੇ ਨਿਯਮ ਦੇ ਵਿੱਚੋਂ ਵਚਨ ਵੀ ਯੂਜ਼ ਕੀਤਾ। ਉਸ ਦੇ ਲਈ ਉਹਨਾਂ ਨੇ ਦੁਆ ਵੀ ਯੂਜ਼ ਕੀਤੀ ਆ, ਫਿਰ ਉਹਨੇ ਪਰਚੀਆਂ ਵੀ ਪਾਈਆਂ। ਵਾਟ ਇਫ ਜੇ ਪਰਮੇਸ਼ਰ ਨੇ ਕੋਈ ਤੀਜਾ ਬੰਦਾ ਉੱਥੇ ਬੈਠਾ ਚੁਣਿਆ ਹੁੰਦਾ, ਫਿਰ ਕੋਈ ਹੋਰ ਚੁਣਿਆ ਹੁੰਦਾ, ਔਰਤ ਚੁਣੀ ਹੁੰਦੀ, ਕੋਈ ਭੈਣ ਚੁਣੀ ਹੁੰਦੀ ਉਹਨੇ। ਦੇਖਿਆ ਇਨਸਾਨ ਦੀ ਸੋਚ ਕਿੰਨੀ ਛੋਟੀ ਆ, ਪਰ ਤਰੀਕੇ ਸਾਰੇ ਉਹਨਾਂ ਨੇ ਸਹੀ ਵਰਤੇ ਆ। ਜੋ ਸਿਧਾਂਤ ਬਣਾਇਆ ਉਹ ਵੀ ਸਹੀ ਸੀਗਾ, ਜੋ ਆਇਤ ਪਿੱਛੋਂ ਚਲਾਈ ਆ ਨਬੀ ਦੀ ਕਿਤਾਬ ਦੇ ਵਿੱਚੋਂ ਉਹ ਵੀ ਸਹੀ ਆ, ਜਿਹੜੀ ਦੁਆ ਕੀਤੀ ਉਹ ਵੀ ਸਹੀ ਆ, ਲੇਕਿਨ ਜਿਹੜਾ ਅਖੀਰ ਆ ਤੁਸੀਂ ਦੇਖਦੇ ਆ ਉਹ ਗਲਤ ਆ। ਉੱਥੇ ਆ ਕੇ ਲਾਟਰੀ ਪਾਈ ਉਹਨਾਂ ਨੇ, ਸਾਰਾ ਕੁਛ ਕਰਕੇ ਅਖੀਰ 'ਚ ਆ ਕੇ ਉਹਨਾਂ ਨੂੰ ਲਾਟਰੀ ਪਾਉਣੀ ਪਈ ਵੀ ਕਿਹੜਾ ਹੈ ਇਹਨਾਂ ਦੇ ਵਿੱਚੋਂ। ਜੇ ਪ੍ਰਭੂ ਨੇ ਦੋਨੇ ਹੀ ਚੁਣੇ ਹੁੰਦੇ ਤਾਂ ਫਿਰ ਜਿਹੜਾ ਪਹਿਲਾਂ ਨਹੀਂ ਚੁਣਿਆ ਉਹਦੇ ਬਾਰੇ ਅਸੀਂ ਫਿਰ ਵੀ ਬਹੁਤ ਪੜ੍ਹਦੇ ਹਾਂ ਵਚਨ ਦੇ ਵਿੱਚ। ਵਚਨ 'ਚ ਨਹੀਂ ਪੜ੍ਹਦੇ, ਚਰਚ ਹਿਸਟਰੀ ਦੇ ਵਿੱਚ ਬਹੁਤ ਪੜ੍ਹਦੇ ਹਾਂ। ਉਹਦੀ ਮੌਤ ਬਾਰੇ ਵੀ ਪੜ੍ਹਦੇ ਕਿ ਉਹਦੀ ਮੌਤ ਕਿੱਦਾਂ ਹੋਈ। ਮਤੀਆ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ। ਮੇਰੇ ਪਿਆਰੇ ਭੈਣੋ ਤੇ ਭਰਾਓ, just as the God chosen these people, He has chosen you for such a time as this. ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਇਹਨਾਂ ਲੋਕਾਂ ਨੂੰ ਚੁਣਿਆ, ਉਸਨੇ ਕਿਹਾ ਸੀ ਤੁਸੀਂ ਕਹਿੰਦੇ ਅਸੀਂ ਅਬਰਾਹਮ ਦੀ ਔਲਾਦ ਹਾਂ। ਅਬਰਾਹਮ ਦੀ ਔਲਾਦ ਉਹ ਪੱਥਰਾਂ ਦੇ ਵਿੱਚੋਂ ਪੈਦਾ ਕਰ ਸਕਦਾ। ਅਬਰਾਹਮ ਦੇ ਲਈ ਸੰਤਾਨ ਉਹ ਪੱਥਰਾਂ 'ਚੋਂ ਪੈਦਾ ਕਰ ਸਕਦਾ। ਅਸੀਂ ਉਹ ਸ਼ਬਦ ਪੂਰਾ ਹੁੰਦਾ ਦੇਖਦੇ ਹਾਂ। ਸ਼ਮਾਉਨ ਨੂੰ ਪਤਰਸ ਦਾ ਨਾਂ ਇਸ ਕਰਕੇ ਦਿੱਤਾ ਗਿਆ ਸੀਗਾ ਕਿ ਪਤਰਸ ਹੁੰਦੀ ਹੈ ਚੱਟਾਨ, ਪੱਥਰ। ਪੱਥਰ ਜਿਸ ਲਈ ਅਸੀਂ ਵਚਨ ਪੜ੍ਹਦੇ ਹਾਂ। ਸਾਡੀ ਭੈਣ ਨੇ ਅੱਜ ਇੱਕ ਹਿੱਸਾ ਪੜ੍ਹਿਆ, ਦੇਵੀ ਦੇਵਤਿਆਂ ਦੀ ਜਦੋਂ ਮੂਰਤੀਆਂ ਬਣਾਉਂਦੇ ਸੀਗੇ, ਪੱਥਰਾਂ ਦੀਆਂ ਪੱਥਰ ਪੂਜਦੇ ਹੁੰਦੇ ਸੀਗੇ। ਚੇਤਾ, ਜਿਹੜੇ ਪੱਥਰ ਤੇ ਲੀਕ ਵੱਜ ਲੱਗੀ ਹੁੰਦੀ ਸੀ ਚਿੱਟੀ ਜਿਹੀ, ਉਹਨੂੰ ਆਪਾਂ ਕੀ ਕਹਿੰਦੇ ਸੀਗੇ? ਕੁਛ ਕਹਿੰਦੇ ਹੁੰਦੇ ਸੀਗੇ, ਠਾਕਰ ਕਹਿੰਦੇ ਹੁੰਦੇ ਸੀ ਉਹਨੂੰ। ਜੇ ਤੇ 3 ਲੀਕਾਂ ਵਗੀਆਂ ਆ, ਪੱਥਰ ਲੱਭਦੇ ਫਿਰਦੇ ਹੁੰਦੇ ਸੀਗੇ। ਔਰ ਵਚਨ ਦੱਸਦਾ ਕਿ ਜਿੱਦਾਂ ਦੇ ਤੁਹਾਡੇ ਦੇਵਤੇ ਹੋਣਗੇ ਉਦਾਂ ਦੇ ਹੀ ਤੁਸੀਂ ਆਪ ਹੋਵੋਗੇ। ਪੱਥਰਾਂ ਦੇ ਹੀ ਉਹ ਸੀਗੇ। ਤੇ ਫਿਰ ਉਸ ਵਚਨ ਦੱਸਦਾ ਕਿ ਪੱਥਰਾਂ ਦੇ ਦਿਲਾਂ ਨੂੰ ਉਹਨੇ ਕੱਢ ਕੇ ਮਾਸ ਦੇ ਦਿਲ ਪਾਏ ਆ। ਪੱਥਰਾਂ ਦੇ ਵਿੱਚੋਂ ਉਸਨੇ ਆਪਣੇ ਲਈ ਤੁਹਾਨੂੰ ਚੁਣਿਆ। ਪੱਥਰਾਂ ਦੀ ਪੂਜਾ ਅਸੀਂ ਕਰਦੇ ਹੁੰਦੇ ਸੀਗੇ, ਉਹਦੇ ਚੋਂ ਚੁਣਿਆ, ਉਹਦੇ ਚੋਂ ਫੜਿਆ। ਕੀ ਉਹ ਛੱਡੇਗਾ? ਕਦੀ ਵੀ ਨਹੀਂ, ਕਦੀ ਵੀ ਨਹੀਂ। He is still faithful. He is faithful. ਉਹ ਤਾਂ ਅੱਜ ਵੀ ਓਨਾ ਹੀ ਭਰੋਸੇ ਦੇ ਯੋਗ ਆ ਜਿੰਨਾ ਉਸ ਦਿਨ ਸੀ। ਜਿਸ ਤਰ੍ਹਾਂ ਉਹਨੇ ਇਹਨਾਂ ਚੇਲਿਆਂ ਨੂੰ ਨਹੀਂ ਛੱਡਿਆ, ਇਹਨਾਂ ਚੇਲਿਆਂ ਨੂੰ ਚੁਣਿਆ ਔਰ ਇਹਨਾਂ ਚੇਲਿਆਂ ਨੂੰ ਪਹੁੰਚਾਇਆ ਕਿਤੇ, ਇਹਨਾਂ ਨੂੰ ਕੁਛ ਨਾ ਕੁਛ ਬਣਾਇਆ। ਅੱਜ ਇਹਨਾਂ ਚੇਲਿਆਂ ਦੇ ਨਾਵਾਂ ਦੇ ਪਿੱਛੇ ਅਸੀਂ ਆਪਣੇ ਬੱਚਿਆਂ ਦੇ ਨਾਮ ਲੈਂਦੇ ਹਾਂ। We give our children name after the names of these disciples. It's not faithfulness of these
11 or 12 disciples. It's a faithfulness of Jesus Christ for them. ਪ੍ਰਭੂ ਨੇ ਤੁਹਾਨੂੰ ਚੁਣਿਆ, He has chosen you and He will never leave you or forsake you. ਉਹ ਤੁਹਾਨੂੰ ਕਦੀ ਨਹੀਂ ਛੱਡੇਗਾ। ਜ਼ਿੰਦਗੀ ਦੇ ਵਿੱਚ ਉਤਰਾਅ ਆਉਣਗੇ, ਚੜਾਅ ਆਉਣਗੇ, ਵੈਰੀ ਹਮਲੇ ਕਰੇਗਾ। ਵੈਰੀ ਮਸੀਹੀਆਂ ਤੇ ਹੀ ਹਮਲੇ ਕਰਦਾ ਆ, ਬਾਕੀ ਤਾਂ ਸਾਰੇ ਉਹਦੇ ਹੱਥ 'ਚ ਹੀ ਆ। ਬਾਕੀਆਂ ਦੇ ਹਮਲੇ ਉਹ ਕਿਉਂ ਕਰੇ? ਮੈਂ ਆਪਣੇ ਦੇਸ਼ ਤੇ ਆਪੇ ਹੀ ਹਮਲਾ ਕਰੂੰਗਾ। ਫੌਜ ਆਪਣੇ ਦੇਸ਼ ਲਈ ਰੱਖੀ ਹੁੰਦੀ ਆ ਕਿ ਦੂਸਰਿਆਂ ਦੇਸ਼ਾਂ ਲਈ ਰੱਖੀ ਹੁੰਦੀ ਆ? ਦੂਜਿਆਂ ਦੇ ਲਈ ਰੱਖੀ ਹੁੰਦੀ ਆ ਨਾ। ਸੋ ਜਿਹੜਾ ਵੈਰੀ ਹਮਲੇ ਕਰਦਾ ਉਹ ਦੂਸਰੇ ਪਰਮੇਸ਼ਵਰ ਦੇ ਰਾਜ ਉੱਤੇ ਹਮਲੇ ਕਰਦਾ ਪਿਆ। ਤੁਸੀਂ ਪਰਮੇਸ਼ਵਰ ਦਾ ਰਾਜ ਆ। ਪਰਮੇਸ਼ਵਰ ਦਾ ਰਾਜ ਕੋਈ ਧਰਤੀ, ਕੋਈ ਇੱਟਾਂ, ਕੋਈ ਇੱਦਾਂ ਦੀਆਂ ਚੀਜ਼ਾਂ ਨਹੀਂ। ਤੁਸੀਂ ਪਰਮੇਸ਼ਵਰ ਦਾ ਰਾਜ ਆ। ਯੂ ਆਰ ਦਾ ਕਿੰਗਡਮ ਆਫ ਗॉड। ਤੁਹਾਡੇ ਤੇ ਉਹ ਹਮਲੇ ਕਰੇਗਾ, ਪਰ ਫਿਕਰ ਨਾ ਕਰੋ, ਉਹ ਤੁਹਾਡੇ ਨਾਲ ਆ, ਤੁਹਾਡੇ ਅੰਦਰ ਆ, ਉਹ ਤੁਹਾਡੀ ਪ੍ਰੋਟੈਕਸ਼ਨ ਆ। ਤੁਹਾਨੂੰ ਛੱਡੇਗਾ ਨਹੀਂ। ਜਿਸ ਕੰਮ ਦੇ ਲਈ ਉਸਨੇ ਫੜਿਆ, ਤੁਹਾਨੂੰ ਚੁਣਿਆ, ਉਹ ਕੰਮ ਤੁਹਾਡੇ ਤੋਂ ਲਾਏਗਾ। ਸ਼ਰਤ ਸਿਰਫ ਇੱਕੋ ਹੀ ਆ। ਅਗਰ ਸਾਰੇ ਚੈਪਟਰ ਨੂੰ ਦੇਖੀਏ, ਸ਼ਰਤ ਇੱਕੋ ਹੀ ਆ, ਉਹੋ ਹੀ ਕਰੋ ਜੋ ਕਰਨ ਨੂੰ ਕਹਿ ਰਿਹਾ। ਉਸਨੇ ਕਿਹਾ ਸੀ ਇਸ ਥਾਂ ਤੋਂ ਉੱਠ ਕੇ ਨਾ ਜਾਇਓ ਜਦ ਤੱਕ ਕਿ ਪਵਿੱਤਰ ਆਤਮਾ ਨਾ ਆਵੇ। ਇਸ ਸਾਰੀ ਉਦਾਹਰਨ 'ਚ ਅਸੀਂ ਇੱਕੋ ਚੀਜ਼ ਦੇਖਦੇ ਹਾਂ। ਪਵਿੱਤਰ ਆਤਮਾ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕੋ ਹੀ ਕੰਮ ਕੀਤਾ, ਉਹਦੇ ਵਿੱਚ ਉਹਨਾਂ ਨੂੰ ਕੋਈ ਬਰਕਤ ਨਹੀਂ ਮਿਲੀ। 12ਵਾਂ ਚੇਲਾ ਚੁਣ ਲਿਆ, ਕੋਈ ਬਰਕਤ ਨਹੀਂ ਮਿਲੀ ਉਹਨਾਂ ਨੂੰ। ਕਿਉਂ? ਕਿਉਂਕਿ ਇਹ ਕਰਨ ਦੇ ਲਈ ਨਹੀਂ ਸੀ ਕਿਹਾ ਗਿਆ। ਇੱਕੋ ਹੀ ਹੁਕਮ ਦਿੱਤਾ ਗਿਆ ਸੀ, ਇੱਥੋਂ ਬਾਹਰ ਨਾ ਜਾਇਓ। ਮੈਨੂੰ ਨਹੀਂ ਪਤਾ ਤੁਹਾਨੂੰ ਪ੍ਰਭੂ ਕੀ ਹੁਕਮ ਦੇ ਰਿਹਾ, ਉਹ ਤੁਸੀਂ ਜਾਣਦੇ ਆ। ਹਰੇਕ ਇਨਸਾਨ ਨੂੰ ਕੁਛ ਨਾ ਕੁਛ ਉਹ ਕਹਿ ਰਿਹਾ, ਔਰ ਉੱਥੇ ਹੀ ਬਰਕਤ ਮਿਲੇਗੀ ਜੋ ਕਰਨ ਨੂੰ ਕਹਿ ਰਿਹਾ। ਜਿੰਨੀ ਦੇਰ ਤੱਕ ਉਹ ਕਰਨ ਨੂੰ ਨਾ ਕਵੇ, ਮਤ ਕਰੋ। ਜਿੰਨੀ ਦੇਰ ਤੱਕ ਉਹ ਬੋਲਣ ਨੂੰ ਨਾ ਕਹੇ, ਮਤ ਬੋਲੋ। ਜਿੱਥੇ ਉਹ ਬਿਠਾ ਰਿਹਾ, ਚੁੱਪ ਰਹੋ, ਸ਼ਾਂਤ ਰਹੋ, ਉੱਥੇ ਬੈਠੋ। ਔਰ ਪ੍ਰਭੂ ਕਹਿੰਦਾ ਜਦ ਮੇਰੀ ਬਰਕਤ ਤੁਹਾਡੇ ਤੇ ਆਏਗੀ, ਤੁਸੀਂ ਜਿੱਥੇ ਰਹਿ ਰਹੇ ਆ ਉੱਥੇ ਦੇ ਲਈ ਵੀ ਬਰਕਤ ਦਾ ਕਾਰਨ ਬਣੋਗੇ। ਜਿਸ ਦੇਸ਼ 'ਚ ਰਹਿ ਰਹੇ ਹੋ ਉਸ ਦੇਸ਼ ਦੇ ਵਿੱਚ ਬਰਕਤ ਦਾ ਕਾਰਨ ਬਣੋਗੇ। ਦੂਜੇ ਗੁਆਂਢੀਆਂ ਦੇਸ਼ਾਂ ਦੇ ਲਈ ਬਰਕਤ ਦਾ ਕਾਰਨ ਬਣੋਗੇ। ਧਰਤੀ ਦੀਆਂ ਅੰਤਮ ਹੱਦਾਂ ਤੱਕ ਤੁਸੀਂ ਬਰਕਤ ਦਾ ਕਾਰਨ ਬਣੋਗੇ ਜਦ ਮੇਰੀ ਤਾਕਤ ਤੁਹਾਡੇ ਤੇ ਉਤਰੇਗੀ। ਇਹ 12 ਚੇਲੇ ਜਿਨ੍ਹਾਂ ਨੂੰ ਗਲੀਲੀ ਕਿਹਾ ਜਾਂਦਾ, ਜਿੱਦਾਂ ਅਸੀਂ ਹਿੰਦੁਸਤਾਨ 'ਚ ਪਹਾੜੀਏ ਕਹਿੰਦੇ ਹੁੰਦੇ ਸੀਗੇ ਨਾ ਲੋਕਾਂ ਨੂੰ, ਪਹਾੜੀਏ। ਉਹ ਇੱਕ ਅੱਖਰ ਦੇ ਵਿੱਚ ਅਸੀਂ ਸਾਰਾ ਚੀਜ਼ ਕਹਿ ਦਿੰਦੇ ਸੀਗੇ ਕਿ ਉਹ ਪਹਾੜਾਂ ਦੇ ਉੱਤੇ ਰਹਿਣ ਵਾਲੇ ਆ, ਇਹ ਅਨਪੜ੍ਹ ਲੋਕ ਆ, ਇਹ ਬੱਕਰੀਆਂ ਭੇਡਾਂ ਰੱਖਦੇ ਆ। ਯਾਨੀ ਕਿ ਉਹ ਪਹਾੜੀਆ ਕਹਿਤਾ, ਸਾਰਾ ਕੁਛ ਅਸੀਂ ਨਾਲ ਹੀ ਕਹਿ ਦਿੰਦੇ ਹੁੰਦੇ ਸੀਗੇ ਉਹਨਾਂ ਨੂੰ, ਇੱਕੋ ਹੀ ਅੱਖਰ ਦੇ ਵਿੱਚ। ਇੱਕੋ ਹੀ ਅੱਖਰ ਦੇ ਵਿੱਚ ਸਮੁੰਦਰ ਲਪੇਟ ਕੇ ਰੱਖ ਦਿੰਦੇ ਸੀਗੇ, ਇਹ ਪਹਾੜੀਏ ਆ, ਇਹ ਅਨਪੜ੍ਹ ਆ, ਇਹ ਪਹਾੜਾਂ 'ਚ ਰਹਿਣ ਵਾਲੇ ਆ, ਇਹ ਬੱਕਰੀਆਂ ਪਾਲਣ ਵਾਲੇ ਆ, ਇਹਨਾਂ ਦੀ ਜਿਹੜੀ ਬੋਲੀ ਆ ਉਹ ਬਹੁਤ ਬੈਕਵਰਡ ਲੋਕ ਆ। ਜਿਸ ਲਈ ਉਹਨਾਂ ਨੂੰ ਗਲੀਲੀ ਕਿਹਾ ਜਾਂਦਾ ਸੀ, ਇਸੇ ਤਰ੍ਹਾਂ ਹੀ ਕਿਹਾ ਜਾਂਦਾ ਸੀ। ਜਿਸ ਲਈ ਕਿਸੇ ਨੂੰ ਗਲੀਲੀ ਕਿਹਾ ਜਾਂਦਾ ਸੀ ਤਾਂ ਉਹਦੇ ਵਿੱਚ ਸਾਰਾ ਕੁਛ ਹੀ ਕਹਿ ਦਿੱਤਾ ਜਾਂਦਾ ਸੀ। ਗਲੀਲ ਇੱਕ ਐਸਾ ਇਲਾਕਾ ਸੀ ਕਿ ਜਿਸ ਵੇਲੇ ਰਾਜਾ ਸੁਲੇਮਾਨ ਨੇ ਮੰਦਰ ਬਣਾਇਆ ਤੇ ਇੱਕ ਰਾਜੇ ਨੇ ਉਸ ਨੂੰ ਸਾਰੇ ਤਰ੍ਹਾਂ ਦੀ ਲੱਕੜ ਦਿੱਤੀ ਜਿਹੜੀ ਮੰਦਰ ਦੇ ਵਿੱਚ ਲੱਗਣੀ ਸੀ, ਜਿਹੜੀ ਸਜਾਉਣੀ ਸੀ। ਤੇ ਸੁਲੇਮਾਨ ਉਸ ਤੋਂ ਬਹੁਤ ਖੁਸ਼ ਹੋਇਆ ਤੇ ਉਹਨੂੰ ਕਹਿੰਦਾ ਕਿ ਜਾ ਤੈਨੂੰ ਗਲੀਲ ਦਾ ਇਲਾਕਾ ਦਿੱਤਾ। ਉਹ ਘੋੜਾ ਲੈ ਕੇ ਗਿਆ, ਉਹਨੇ ਗਲੀਲ ਦਾ ਸਾਰਾ ਇਲਾਕਾ ਘੁੰਮ ਕੇ ਦੇਖਿਆ ਤੇ ਉਸਨੇ ਕਿਹਾ ਕਿ ਨਹੀਂ, ਮੈਂ ਇਹ ਨਹੀਂ ਲੈਣਾ, ਤੂੰ ਆਪਣੇ ਕੋਲ ਹੀ ਰੱਖ। ਇਸ ਇਲਾਕੇ ਨੂੰ ਨਾਮਨਜ਼ੂਰ ਇਲਾਕਾ ਕਿਹਾ ਜਾਂਦਾ ਸੀ ਉਦੋਂ ਤੋਂ। ਨਾਮਨਜ਼ੂਰ, ਇਹ ਮਨਜ਼ੂਰ ਨਹੀਂ ਕੀਤਾ ਗਿਆ। ਇਸ ਨੂੰ ਕਿਸੇ ਨੇ ਦਾਨ ਵਿੱਚ ਵੀ ਨਹੀਂ ਲਿਆ, ਤੋਹਫੇ ਦੇ ਤੌਰ ਤੇ ਵੀ ਨਹੀਂ ਲਿਆ। ਉਸ ਇਲਾਕੇ ਨੂੰ
ਪ੍ਰਭੂ ਯਿਸੂ ਮਸੀਹ ਨੇ ਲਿਆ। ਉਸ ਇਲਾਕੇ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਲਈ ਚੇਲੇ ਚੁਣੇ। ਉਸ ਇਲਾਕੇ ਤੋਂ ਪ੍ਰਭੂ ਯਿਸੂ ਮਸੀਹ ਨੇ ਸਵਰਗ ਦੇ ਰਾਜ ਦੀ ਮੋਹਰ ਲਾਈ ਔਰ ਸ਼ੁਰੂਆਤ ਕੀਤੀ। ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਚੁਣਿਆ ਆ, ਉਹ ਵਫਾਦਾਰ ਆ। ਜਿੱਦਾਂ ਇਹ ਚੇਲਿਆਂ ਦੇ ਨਾਲ ਵਫਾਦਾਰ ਰਿਹਾ, ਇਸੇ ਤਰ੍ਹਾਂ ਤੁਹਾਡੇ ਨਾਲ ਵਫਾਦਾਰ ਰਹੇਗਾ। ਸ਼ਰਤ ਇੱਕੋ ਹੀ ਆ, ਉਹ ਕਰੋ ਜੋ ਉਹ ਕਹਿੰਦਾ ਕਰਨ ਦੇ ਲਈ। ਆਓ ਪ੍ਰਭੂ ਦੇ ਨਾਮ ਨੂੰ ਵਡਿਆਈਏ, ਉਸ ਦੇ ਨਾਮ ਨੂੰ ਬਰਕਤ ਦਈਏ ਔਰ ਉਸ ਤੋਂ ਮੰਗੀਏ ਕਿ ਖੁਦਾਵੰਦ ਸਾਨੂੰ ਤੂੰ ਇਹਨਾਂ ਚੇਲਿਆਂ ਵਾਂਗ ਇੱਦਾਂ ਦਾ ਕੰਮ ਨਾ ਕਰਨ ਦੇਈਂ ਜੋ ਤੇਰੀ ਸ਼ਾਨ ਦੇ ਖਿਲਾਫ ਹੋਏ, ਬਲਕਿ ਅਸੀਂ ਉਹ ਕੰਮ ਕਰੀਏ ਜਿਹੜੀ ਤੇਰੀ ਵਫਾਦਾਰੀ ਦੇ ਹੋਣ। ਆਓ ਪ੍ਰਭੂ ਦੇ ਨਾਮ ਨੂੰ ਤੇਰਾ ਨਾਮ ਜਪੂੰ ਮੇਰੇ ਸਾਰੇ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਤੇਰੀ ਰਹਿਮ ਦੇ ਲਈ, ਤੇਰੀ ਦਇਆ ਦੇ ਲਈ, ਤੇਰੇ ਪਿਆਰ ਦੇ ਲਈ ਕਿ ਅਸੀਂ ਤੇਰੇ ਘਰ ਦੇ ਵਿੱਚ ਇਕੱਠੇ ਹੋ ਸਕੇ। ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਤੂੰ ਸਾਨੂੰ ਕਦੀ ਨਹੀਂ ਛੱਡੇਂਗਾ, ਕਦੀ ਨਹੀਂ ਤਿਆਗੇਂਗਾ, ਡਿੱਗਿਆਂ ਨੂੰ ਠਾਲ ਕੇ ਖੜੇ ਕਰੇਂਗਾ। ਔਰ ਜਦ ਸਾਡੇ ਤੇ ਪ੍ਰਭੂ ਜੀ ਵੈਰੀ ਹਮਲਾ ਕਰੇਗਾ ਤਾਂ ਤੇਰਾ ਹੱਥ ਉਸ ਦੇ ਵਿੱਚ ਔਰ ਸਾਡੇ ਵਿੱਚ ਹੋਏਗਾ, ਸਾਡਾ ਤੂੰ ਬਚਾਅ ਕਰੇਂਗਾ। ਤੇਰਾ ਸ਼ੁਕਰ ਹੈ ਪ੍ਰਭੂ ਜੀ ਕਿ ਤੂੰ ਸਾਨੂੰ ਘਰ ਪਹੁੰਚਾਉਣ ਤੱਕ
ਸਾਡੇ ਨਾਲ ਵਫਾਦਾਰ ਰਹੇਂਗਾ, ਤੇਰੇ ਬਾਲ ਚਿੱਟੇ ਹੋਣ ਤੱਕ ਮੈਂ ਤੇਰੀ ਮਦਦ ਕਰੂੰਗਾ, ਔਰ ਉਸ ਤੋਂ ਬਾਅਦ ਅਸੀਂ ਤੇਰੇ ਘਰ ਦੇ ਵਿੱਚ ਆਨੰਦ ਮਨਾਵਾਂਗੇ। ਮੇਰੇ ਮਾਲਕ, ਇਸ ਵੇਲੇ ਤੂੰ ਸਾਡੇ ਨਾਲ ਹੋ, ਡਿੱਗਿਆਂ ਮਨਾਂ ਨੂੰ ਖੜੇ ਕਰ, ਵਿਛੜਿਆਂ ਨੂੰ ਇਕੱਠੇ ਕਰ, ਔਰ ਪ੍ਰਭੂ ਜੀ ਸਾਨੂੰ ਨਿਕੰਮਿਆਂ ਨੂੰ ਕੰਮ ਦੇ ਕਿ ਅਸੀਂ ਤੇਰੇ ਲਈ, ਤੇਰੇ ਨਾਮ ਦੇ ਵਿੱਚ, ਤੇਰੇ ਤੋਂ ਪ੍ਰਾਪਤ ਕੀਤੀ ਹੋਈ ਤਾਕਤ ਦੇ ਨਾਲ ਤੇਰੇ ਵੱਡਿਆਂ ਕੰਮਾਂ 'ਚ ਸ਼ਾਮਲ ਹੋ ਸਕੀਏ। ਸਾਡੇ ਤੇ ਰਹਿਮ ਕਰ ਪ੍ਰਭੂ ਯਿਸੂ ਮਸੀਹ, ਤੇਰੇ ਮਿੱਠੇ ਪਿਆਰੇ ਯਿਸੂ ਨਾਮ 'ਚ ਮੰਗਦੇ ਹਾਂ। ਔਰ ਸਾਰੀ ਸੰਗਤ ਕਹੇ, ਹੁਣ ਜੋ ਡਿੱਗਣ ਤੋਂ ਬਚਾ ਸਕਦਾ, ਜਿਸ ਨੇ ਆਪਣੀ ਜਾਨ ਦੇ ਕੇ ਸਾਨੂੰ ਜਾਨ ਦਿੱਤੀ, ਉਹ ਪ੍ਰਭੂ ਯਿਸੂ ਮਸੀਹ ਦਾ ਸਾਥ ਤੁਹਾਡੇ ਨਾਲ ਬਣਿਆ ਰਹੇ, ਬਾਪ ਦੀ ਨਿਗਾਹਬਾਨੀ ਤੁਹਾਡੇ ਨਾਲ ਬਣੀ ਰਹੇ, ਔਰ ਪਵਿੱਤਰ ਆਤਮਾ ਦੀ ਸਹਾਇਤਾ ਤੁਹਾਡੇ ਅੰਦਰ ਬਣੀ ਰਹੇ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਖੁਦਾਵੰਦ ਤੂੰ ਸਾਡੇ ਤੇ ਰਹਿਮ ਕਰੀ, ਤੇਰੇ ਘਰ ਦੇ ਲਈ ਪ੍ਰਭੂ ਜੀ ਜੋ ਕੁਛ ਲੈ ਕੇ ਆਏ ਹਾਂ ਉਸ ਨੂੰ ਸਵੀਕਾਰ ਕਰੀ, ਸਾਡੀਆਂ ਕਮਾਈਆਂ 'ਚ ਬਰਕਤ ਪਾਈ, ਔਰ ਪ੍ਰਭੂ ਜੀ ਸਾਡੇ ਹੱਥ ਹਮੇਸ਼ਾ ਦਿੰਦੇ ਰਹਿਣ, ਤੇਰੇ ਕੋਲੋਂ ਮੰਗਦੇ ਰਹਿਣ। ਸਭ ਦੇ ਲਈ ਅਸੀਂ ਬਰਕਤ ਦਾ ਕਾਰਨ ਬਣੀਏ। ਤੇਰੇ ਘਰੋਂ ਹੁਣ ਜਾਵਾਂਗੇ, ਸਾਡਾ ਪ੍ਰਭੂ ਜੀ ਚਾਲ ਚਲਨ ਸਾਫ਼ ਹੋਏ, ਸਾਡੀ ਦੇਖਣੀ, ਸਾਡੀ ਸੁਣਨੀ, ਸਾਡਾ ਪ੍ਰਭੂ ਜੀ ਸਾਥ ਤੇਰੇ ਨਾਲ ਬਣਿਆ ਰਹੇ, ਔਰ ਸਾਡਾ ਪੈਰ ਛੋਟੇ ਰਸਤੇ 'ਤੇ ਚੱਲਦਾ ਰਹੇ, ਤਾਂ ਕਿ ਅਸੀਂ ਘਰ ਪਹੁੰਚ ਜਾਈਏ। ਤੇਰੀ ਵਫਾਦਾਰੀ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ, ਤੇਰੇ ਨਾਮ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ, ਤੇਰੀ ਕਿਰਪਾ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ, ਤੇਰੇ ਪਿਆਰ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ। ਔਰ ਸਾਰੀ ਸੰਗਤ ਕਹੇ, ਖੁਦਾਵੰਦ ਤੁਹਾਨੂੰ ਆਪਣੀ ਸ਼ਾਂਤੀ, ਆਪਣਾ ਰਹਿਮ ਔਰ ਆਪਣਾ ਪਿਆਰ ਦੇ ਕੇ ਰੱਖੇ। ਬਲੈਸ ਯੂ।